वाहिगुरु जी का खालसा वाहिगुरु जी की फतेह। दसा पातशाहियां दी प्रतख जोत साहिब कुल आलम श्री गुरु ग्रंथ साहिब सच्चे पातशाह जी की शीतल गोद विच चौंकड़े लाके जुड़ बैठी गुरु रूप संगत जियो महान समा प्राप्त होए है सतगुरां दे चरनां विच जुड़न दा। आओ इनू सफला बनाइए। गरीब नवाज सतगुरां दी अमृतमय जीवन कथा दे विचों आप जी ने सरवण कीता। पंडित हरदयाल जियां नूं सुदीवी उपदेश बख्शे है। उस तो बाद गोपाल बादा जी, वैद हरदास जी ते काजी कुतुबुद्दीन, इन्हां दे परथाए गुरु नानक साहब सच्चे पातशाह जी ने बड़ियां रहमतां ते बख्शिशां दे नाल झोलियां भरियां ने। आप जी ने भी इन्हां प्रसंगां दा आनंद माणिया है। आओ कुछ समा मन व्यक्तियां नूं एकाग्र चित बढ़ाइए। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। कबित सुधा की तरंगणी सी, रोग भ्रम भंगनी है। महाश्वेत रंगणी महान मन मनी है। महाकवि भाई संतोख सिंह जी अगले प्रसंगां दी अरंभता तो पहला कवित दे विच मंगला चरण करदे ने। सुधा सी तरंगणी सी, अंमृत दे समुद्र दीयां लहरां। रोग भ्रम भंगणी सी, मनुखा जीवन दे सब रोगां नूं खत्म करन वाली। सवेत टिड्डी इस मन नूं एकाग्र बनाउणा, मन नूं मैल तो रहत करन वाली हवा दा बुल्ला। पवित्र पाक वस्तु जिस दे प्रथाए लिख रहे हैं, शोभा देने वाली ऐसी गुरबाणी जिन्हों पढ़िया तो अंदर गहना बन जाता है, हिरदा सोने वत हो जाता है। जिवें दुनिया दे विच गहने बड़े कीमती ने, बाणी पढ़न वालियां दा हिरदा ते शरीर बेशकीमती हो जाता है, पूजनीक बन जाते ने। इंदों जय हसनी सी, मानस वेतसनी है। माद सरोवर दे विच जिवें हंस वसदे आ, इस बाणी नूं पढ़न वालियां दा जीवन परम हंस बन जाता है। बेशक बगला भी चिट्टा है, चिट्टा हंस भी है, पर हंस ते बगले दे जीवन विच फर्क है, रूह विच फर्क है, बिरती विच फर्क है। भावें उन्हां दी अकल शक्ल इक्को जिही है।
ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹਿਆ ਅੰਦਰ ਦੇ ਭਰਮ ਨਿਕਲ ਜਾਂਦੇ ਨੇ। ਜਿਵੇਂ ਹੰਸ ਦੀ ਚੁੰਝ ਵਿੱਚ ਖਟਾਸ ਹੈ, ਦੁੱਧ ਵਿੱਚ ਪਾਵੇ ਪਨੀਰ ਅਲੱਗ ਤੇ ਪਾਣੀ ਅਲੱਗ। ਧੁਰ ਕੀ ਬਾਣੀ ਨੂੰ ਪੜ੍ਹਨ ਵਾਲੇ ਉਹ ਜਾਣਦੇ ਨੇ ਦੁਨੀਆ ਕੀ ਹੈ ਤੇ ਨਿਰੰਕਾਰ ਕੀ ਹੈ। ਕਹਿੰਦੇ ਐਸੀ ਅਵਸਥਾ ਮਾਨ ਸਰੋਵਰ ਵਰਗੀ ਬਣ ਜਾਂਦੀ। ਮਾਨ ਸਰੋਵਰ ਹੈ ਸਤ ਸੰਗ। ਇਸ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਜਿੰਨੇ ਵੀ ਹੰਸ ਨੇ ਉਹ ਇਸ ਬਾਣੀ ਦੀ ਵਿਚਾਰ ਨੂੰ ਪੜ੍ਹ ਕੇ ਪੜ੍ਹਦੇ ਆ। ਇਸ ਬਾਣੀ ਨੂੰ ਗਾ ਕੇ ਉਹਨਾਂ ਜੀਵਨ ਉੱਚਾ ਬਣਾਇਆ ਏ। ਗਨੀਨ ਪ੍ਰਸ਼ੰਸਨੀ ਸਰਬ ਜਗ ਜਾਨੀ ਹੈ। ਜਿਸ ਬਾਣੀ ਨੂੰ ਸਾਰਾ ਜਗ ਜਾਣਦਾ ਹੈ, ਕਹਿੰਦੇ ਉਪਮਾ ਦਾ ਘਰ ਹੈ, ਮਹਿਮਾ ਸਿਫਤ ਦਾ ਹੀ ਪਟਾਰੀ ਹੈ। ਦੁਨੀਆ ਤੇ ਕਿਹੜਾ ਧਰਮ ਹੈ ਜੀ ਜਿਹੜਾ ਬਾਣੀ ਦੀ ਨਿੰਦਿਆ ਕਰਦਾ? ਭਾਵੇਂ ਕੋਈ ਸਿੱਖ ਧਰਮ ਨੂੰ ਮੰਨੇ ਜਾਂ ਨਾ ਮੰਨੇ, ਇਹ ਅਲੱਗ ਵਿਸ਼ਾ ਹੈ। ਹਿੰਦੂ ਲੋਕਾਂ ਦੀਆਂ ਸਟੇਜਾਂ ਤੇ, ਇਸਲਾਮ ਦੀਆਂ ਸਟੇਜਾਂ ਤੇ ਧੁਰ ਕੀ ਬਾਣੀ ਦੇ ਸ਼ਬਦਾਂ ਦੀ ਵਿਆਖਿਆ ਹੁੰਦੀ ਹੈ। ਕਿਉਂ? ਕਿਉਂਕਿ ਮਹਿਮਾ ਰੂਪ ਹੈ। ਹਰ ਕੋਈ ਇਹਨੂੰ ਗਾ ਕੇ ਜੀਵਨ ਇੰਨਾ ਉੱਚਾ ਬਣਾ ਲੈਂਦਾ ਹੈ। ਕਹਿੰਦੇ ਉਸ ਜੀਵਨ ਦੀ ਵੀ ਮਹਿਮਾ ਹੁੰਦੀ ਹੈ। ਬਾਣੀ ਗਾਉਣ ਵਾਲੇ, ਬਾਣੀ ਸੁਣਾਉਣ ਵਾਲੇ ਜਿਹੜੇ ਸ਼ੁੱਧ ਬਾਣੀ ਗਾਉਂਦੇ ਆ, ਉਹ ਬੰਦਗੀ ਵਾਲੇ ਸਿੱਖ ਤੇ ਉਹਨਾਂ ਨੂੰ ਨਮਸਕਾਰ ਕਰਦੇ ਆ। ਦੁਨੀਆ ਵਿੱਚ ਸਭ ਤੋਂ ਕੀਮਤੀ ਧਨ ਹੈ ਗੁਰਬਾਣੀ ਦੀ ਸ਼ੁੱਧਤਾ। ਜਿਹਨੇ ਗੁਰਬਾਣੀ ਨੂੰ ਸ਼ੁੱਧ ਨਹੀਂ ਗਾਇਆ, ਸ਼ੁੱਧਤਾ ਨਾਲ ਸਿੱਖਿਆ ਨਹੀਂ, ਉਹਨੇ ਸਿੱਖਿਆ ਕੀ ਹੈ? ਸਿੱਖ ਹੋਣ ਦਾ ਨਾਤਾ ਸਭ ਤੋਂ ਵੱਡਾ ਇਹੀ ਹੈ, ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ। ਉਹ ਸਿੱਖ ਕਾਹਦਾ ਜੀ ਜਿਹਨੂੰ ਬਾਣੀ ਸ਼ੁੱਧ ਨਹੀਂ ਪੜ੍ਹਦੀ ਹੁੰਦੀ। ਜੇ ਸ਼ੁੱਧ ਨਹੀਂ ਪੜ੍ਹ ਸਕਦਾ ਤੇ ਅਰਥ ਕਿੱਥੋਂ ਕਰੂਗਾ? ਅਰਥ ਕਿੱਥੋਂ ਸਮਝੂਗਾ? ਉਚਾਰਨ ਕਿਵੇਂ ਕਰੂਗਾ? ਗੁਰਬਾਣੀ ਨੂੰ ਗਾਉਣ ਵਾਲੇ ਜਦੋਂ ਸ਼ੁੱਧਤਾ ਦੇ ਨਾਲ ਪ੍ਰੇਮ ਰੱਖਦੇ ਨੇ, ਕਹਿੰਦੇ ਇਹ ਬਾਣੀ ਅੰਦਰ ਨੂੰ ਗਹਿਣਾ ਬਣਾ ਦਿੰਦੀ ਹੈ। ਮਾਨ ਸਰੋਵਰ ਵਰਗਾ ਵਿਸ਼ਾਲ ਹਿਰਦਾ ਬਣ ਜਾਂਦਾ ਹੈ, ਅੰਦਰ ਦੇ ਭਰਮਾਂ ਨੂੰ ਮਿਟਾਉਂਦੀ ਹੈ। ਐਸੀ ਸ਼ੋਭਾ ਵਾਲੀ ਹੈ। ਕਿੰਦਮ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ। ਕਹਿੰਦੇ ਮੋਹ ਨੂੰ ਕੱਟਣ ਵਾਲੀ ਏ ਠੰਡੀ ਠੰਡੀ ਹਵਾ ਹੌਲੀ ਹੌਲੀ ਚੱਲਦੀ ਹੈ। ਬਾਣੀ ਕੱਟਦੀ ਹੈ ਉਹ। ਕਹਿੰਦੇ ਮਾਨੋ ਚੰਦ ਚਾਂਦਨੀ ਸੀ। ਮੰਨ ਲਓ ਏਦਾਂ ਕਿਤੋਂ ਭਾਵ ਮੰਨੋ ਵੀ ਇਹ ਚੰਦਰਮਾ ਦੀ ਚਾਨਣੀ ਹੈ। ਚੰਦ ਚਾਨਣੀਆਂ ਰਾਤਾਂ ਕਿਹਨੂੰ ਚੰਗੀਆਂ ਨਹੀਂ ਲੱਗਦੀਆਂ? ਸਭ ਨੂੰ ਪਸੰਦ। ਗੁਰਬਾਣੀ ਐਸੀ ਹੈ, ਹਿਰਦੇ ਦੇ ਵਿੱਚ ਚਾਨਣ ਮੁਨਾਰਾ ਕਰ ਦਿੰਦੀ ਹੈ, ਐਸਾ ਪ੍ਰਕਾਸ਼ ਕਰ ਦਿੰਦੀ ਹੈ, ਮਨੁੱਖ ਨੂੰ ਚੰਗੇ ਤੇ ਮਾੜੇ, ਆਪਣੇ ਤੇ ਬੇਗਾਨੇ ਸਭ ਦੀ ਸੋਝੀ ਆ ਜਾਂਦੀ ਹੈ ਵੀ ਮੇਰਾ ਕੌਣ ਹੈ, ਗੈਰ ਕੌਣ ਹੈ, ਇੱਥੇ ਕੀ ਲੈ ਕੇ ਜਾਣਾ ਹੈ ਤੇ ਕੀ ਲੈ ਕੇ ਆਏ ਆ। ਹਰ ਚੀਜ਼ ਦੀ ਸੋਝੀ ਧੁਰ ਕੀ ਬਾਣੀ ਚੋਂ ਪ੍ਰਾਪਤ ਹੁੰਦੀ। ਕਿਉਂਕਿ ਸਤਿਗੁਰਾਂ ਦੀ ਬਾਣੀ ਵਿੱਚ ਕਿਸੇ ਬੰਦੇ ਦੀ ਮਹਿਮਾ ਨਹੀਂ ਹੈ, ਕਿਸੇ ਪਦਾਰਥ ਦੀ ਮਹਿਮਾ ਨਹੀਂ। ਗੁਰਬਾਣੀ ਇੱਕ ਨਿਰਮੋਲ ਹੀਰਾ ਹੈ ਜਿਸ ਵਿੱਚ ਕੇਵਲ ਸੱਚ ਦੀ ਉਸਤਤ ਹੈ, ਪਰਮਾਤਮਾ ਦੀ ਮਹਿਮਾ ਹੈ। ਰਿਤੇ ਕੀ ਆਨੰਦਨੀ ਸਦੀਵ ਸੁਖ ਦਾਨੀ ਹੈ। ਹਿਰਦਾ ਕੀ ਆਨੰਦਨੀ, ਕਹਿੰਦੇ ਹਿਰਦੇ ਨੂੰ ਆਨੰਦ ਦੇਣ ਵਾਲੀ ਸਦੀਵ ਸੁਖਦਾਨੀ ਹੈ। ਦੁਨੀਆ ਦਾ ਕਿੱਡਾ ਵੀ ਦੁਖੀ ਬੰਦਾ ਹੋਵੇ, ਧੁਰ ਕੀ ਬਾਣੀ ਦਾ ਅਰਥ ਸਮਝ ਆਵੇ ਜਾਂ ਨਾ ਆਵੇ, ਬਾਣੀ ਸੁਣਿਆ ਹੀ ਅੰਦਰ ਸੁਖ ਬਣ ਜਾਂਦਾ। ਖੋ ਸਤਿਨਾਮ। ਬਾਣੀ ਨੂੰ ਸੁਣ ਲਓ ਨਾ, ਕਿਤੇ ਸ਼ੁੱਧ ਉਚਾਰਨ, ਦੋ ਪੰਕਤੀਆਂ ਵੀ ਸੁਣ ਲਓ, ਇਕਾਗਰ ਚਿੱਤ ਹੋ ਜਾਂਦਾ, ਆਨੰਦ ਬਣ ਜਾਂਦਾ ਹੈ। ਕਹਿੰਦੇ ਐਸੀ ਸੁੱਖਾਂ ਦੀ ਦਾਤੀ ਹੈ। ਪ੍ਰੇਮ ਪਟ ਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ। ਗਿਆਨ ਨੂੰ ਜਨਮ ਦੇਣ ਵਾਲੀ, ਗਿਆਨ ਦੀ ਮਾਂ ਹੈ ਗੁਰਬਾਣੀ। ਕਹਿੰਦੇ ਪ੍ਰੇਮ ਦੀ ਪਟਰਾਣੀ ਹੈ। ਜਿਵੇਂ ਰਾਜਿਆਂ ਦੀਆਂ ਰਾਣੀਆਂ ਚੋਂ ਇੱਕ ਪਟਰਾਣੀ ਮੁੱਖ ਹੁੰਦੀ ਹੈ, ਕਹਿੰਦੇ ਅਕਾਲ ਪੁਰਖ ਦੀ ਪਟਰਾਣੀ ਹੈ ਧੁਰ ਕੀ ਬਾਣੀ। ਇਹ ਉਹੀ ਬਾਣੀ ਹੈ ਜਿਸ ਬਾਣੀ ਨੂੰ ਪੜ੍ਹਿਆ ਤੋਂ ਦਰਗਾਹ ਵਿੱਚ ਸੁਰਤ ਚਲੀ ਜਾਂਦੀ ਹੈ, ਅਕਾਲ ਨਾਲ ਚਿੱਤ ਜੁੜ ਜਾਂਦਾ ਹੈ। ਜਿਸ ਬਾਣੀ ਦੇ ਪਰਥਾਏ ਸਤਿਗੁਰ ਲਿਖਦੇ ਨੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਅੱਗੇ ਲਿਖਦੇ ਨੇ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਕਹਿੰਦੇ ਨਾ ਇਹ ਬੰਦਿਆਂ ਦੀ ਲਿਖੀ ਹੈ ਤੇ ਨਾ ਵਿਅਕਤੀਆਂ ਦੀ ਲਿਖੀ ਹੈ, ਇਹ ਬਾਣੀ ਦਰਗਾਹ ਤੋਂ ਆਈ ਹੈ, ਨਿਜ ਘਰ ਵਿੱਚ ਇਹਦਾ ਵਾਸ ਹੈ। ਇਸ ਬਾਣੀ ਨੂੰ ਪੜ੍ਹਨ ਵਾਲਿਆਂ ਦੀ ਮਹਿਮਾ ਅਗਾਧ ਬੋਧ ਹੁੰਦੀ ਹੈ। ਇਹ ਬਾਣੀ ਅੰਦਰ ਦੇ ਭਰਮਾਂ ਨੂੰ ਮਿਟਾ ਦਿੰਦੀ ਹੈ। ਇਸ ਬਾਣੀ ਨੂੰ ਪੜ੍ਹ ਕੇ ਜੀਵਨ ਵਿਸ਼ਾਲ ਹੁੰਦਾ ਏ। ਗੁਣੀ ਭਣੀ ਬਾਣੀ ਤਾਂ ਕੀ ਗੁਰੂ ਕੁਰਬਾਨੀ ਹੈ। ਕਹਿੰਦੇ
ਗੁਣਾਂ ਨੂੰ ਦੱਸਣ ਵਾਲੀ, ਗੁਣਾਂ ਨੂੰ ਸਿਖਾਉਣ ਵਾਲੀ ਤਾਂ ਕੀ ਗੁਰਬਾਣੀ ਹੈ। ਕਹਿੰਦੇ ਐਸੀ ਧੁਰ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਜਿਹਨੂੰ ਪੜਿਆ ਤੋਂ ਪਾਪੀ ਦਾ ਵੀ ਉਧਾਰ ਹੁੰਦਾ। ਆਖੋ ਸਤਿਨਾਮ। ਕਹਿੰਦੇ ਸਦਾ ਹੀ ਨਾਮ ਛਡਾ ਹੈ। ਸਾਡੇ ਗੁਰੂ ਕੌਣ ਨੇ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਨਾ ਤੇ ਸਾਡਾ ਗੁਰੂ ਜਿਲਦ ਹੈ, ਨਾ ਸਾਡਾ ਗੁਰੂ ਕਾਗਜ਼ ਹੈ, ਨਾ ਸਾਡਾ ਗੁਰੂ ਸਿਆਹੀ ਹੈ। ਪਰ ਜਿਸ ਪੱਤਰੇ ਤੇ ਬਾਣੀ ਲਿਖੀ ਗਈ, ਜਿਸ ਕਲਮ ਨਾਲ ਲਿਖੀ ਗਈ, ਉਹ ਕਲਮ ਵੀ ਪੂਜਨੀਕ ਹੈ। ਅੱਜ ਦਮਦਮਾ ਸਾਹਿਬ ਦੀ ਧਰਤੀ ਤੇ ਜਾਓ, ਗੁਰਦੁਆਰਾ ਲਿਖਣਸਰ ਸਾਹਿਬ ਸੁਭਾਏਮਾਨ ਹੈ। ਜਿੱਥੇ ਕਲਮਾਂ ਸੁੱਟੀਆਂ ਉੱਥੇ ਵੀ ਗੁਰੂ ਘਰ ਬਣਿਆ ਹੋਇਆ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਪਾਵਨ ਸਰੂਪ ਛਾਪਦੇ ਨੇ, ਗੋਲਡਨ ਆਫਸੈਟ ਅੰਮ੍ਰਿਤਸਰ, ਉੱਥੇ ਵੀ ਬੜਾ ਸੋਹਣਾ ਗੁਰਦੁਆਰਾ ਰਾਮਸਰ ਸਾਹਿਬ ਸੁਭਾਏਮਾਨ ਹੈ। ਜਿੱਥੇ ਬਾਣੀ ਨੂੰ ਲਿਖਿਆ ਜਾਂਦਾ ਹੈ, ਛਾਪਿਆ ਜਾਂਦਾ ਹੈ, ਤੇ ਜਿੱਥੇ ਬਾਣੀ ਦਾ ਪ੍ਰਕਾਸ਼ ਹੋਵੇ, ਕਹਿੰਦੇ ਇਹ ਬਾਣੀ ਜਿੱਥੇ ਵੀ ਆਵੇ ਆਨੰਦ ਹੀ ਆਨੰਦ ਹੈ। ਗੁਰੂ ਕੌਣ ਹੈ? ਸਿੱਖ ਦਾ ਗੁਰੂ ਕੱਲਾ ਗਿਆਨ ਨਹੀਂ, ਸਿੱਖ ਦਾ ਗੁਰੂ ਗੁਰਬਾਣੀ ਹੈ, ਸ਼ਬਦ ਹੈ। ਸ਼ਬਦ ਵਿੱਚੋਂ ਹੀ ਗਿਆਨ ਉਤਪੰਨ ਹੁੰਦਾ। ਅੱਜ ਕਈ ਨਾ ਸੁਣਾਉਂਦੇ ਆ ਲੋਕਾਂ ਨੂੰ, ਕਹਿੰਦੇ ਜੀ ਸਿੱਖ ਦਾ ਗੁਰੂ ਤੇ ਗਿਆਨ ਹੈ। ਗਿਆਨ ਚੰਗਾ ਮਾੜਾ ਹੋ ਸਕਦਾ ਹੈ। ਹੋ ਸਕਦਾ ਤੁਹਾਡਾ ਗਿਆਨ ਮੈਨੂੰ ਫਿੱਟ ਨਾ ਆਵੇ ਤੇ ਮੇਰਾ ਗਿਆਨ ਤੁਹਾਨੂੰ ਸੈੱਟ ਨਾ ਆਵੇ, ਫਿਰ ਤੇ ਗੁਰੂ ਅਲੱਗ-ਅਲੱਗ ਹੋ ਗਏ। ਗਿਆਨ ਸੁਰਤ ਦਾ, ਗਿਆਨ ਸੱਚ ਦਾ ਜੋ ਸ਼ਬਦ ਰੂਪ ਹੈ, ਕਹਿੰਦੇ ਐਸੀ ਗੁਰਬਾਣੀ ਹੈ ਜਿਹੜੀ ਸਭ ਦੀ ਸਾਂਝੀ ਹੈ। ਕੋਈ ਗਾਵੇ, ਕੋ ਸੁਣੇ, ਹਰ ਨਾਮਾ ਚਿਤ ਲਾਏ। ਕਦੇ ਪਾਤਸ਼ਾਹ ਨੇ ਕਿਹਾ ਵੀ ਮੇਰਾ ਫਲਾਣਾ ਸਿੱਖ ਪੂਰਨ ਹੋਊ ਤੇ ਤਾਂ ਬਾਣੀ ਪੜ੍ਹ ਸਕੂ, ਮੁਸਲਮਾਨ ਤੇ ਹਿੰਦੂ ਨਹੀਂ ਪੜ੍ਹ ਸਕਦਾ। ਜਿਹਨੇ ਅੰਮ੍ਰਿਤ ਨਹੀਂ ਛਕਿਆ ਬਈ ਉਹ ਪਾਠ ਨਹੀਂ ਕਰ ਸਕਦਾ। ਨਹੀਂ, ਇਸ ਗੁਰਬਾਣੀ ਨੂੰ ਜਿਹਨੇ ਵੀ ਗਾਇਆ, ਜਿਹਨੇ ਵੀ ਸੁਣਿਆ, ਕਹਿੰਦੇ ਮਹਾ ਸੁਖਦਾਨੀ ਹੈ। ਐਸੀ ਗੁਰਬਾਣੀ ਹੈ। ਐਸੀ ਗੁਰਬਾਣੀ ਨੂੰ ਸਦਾ ਬਾਰ ਬੰਦਨਾ, ਜਿਹਨੂੰ ਪੜਿਆ ਸੁਣਿਆ ਵੀ ਜੀਵਨ ਸੁਖੀ ਹੋ ਜਾਂਦਾ ਏ। ਚੌਪਈ ਰਹਿਣ ਲੱਗੇ ਗਤ ਦਾ ਤਲਵੰਡੀ, ਜਿਨ ਕੀ ਕੀਰਤ ਘਰ ਘਰ ਮੰਡੀ। ਧੁਰ ਕੀ ਬਾਣੀ ਦੀ ਮਹਿਮਾ ਕਰਨ ਤੋਂ ਬਾਅਦ ਕਵੀ ਜੀ ਅਗਲੀ ਕਥਾ ਨੂੰ ਆਰੰਭ ਕਰਦੇ ਆ। ਭਾਈ ਬਾਲਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਸੁਣਾਉਂਦੇ ਨੇ, ਸੱਚੇ ਪਾਤਸ਼ਾਹ ਵੈਦ ਹਰਦਾਸ, ਕਾਜੀ ਕੁਤਬਦੀਨ, ਗੋਪਾਲ ਪਾਦਾ ਜੀ, ਪੰਡਤ ਹਰਦਿਆਲ ਜੀ, ਇਹਨਾਂ ਨੂੰ ਉਪਦੇਸ਼ ਦੇਣ ਤੋਂ ਬਾਅਦ ਗਰੀਬ ਨਵਾਜ ਸਤਿਗੁਰੂ ਪਹਿਲਾਂ ਵਾਂਗੂ ਵਿਚਰਦੇ ਨੇ ਆਪਣੇ ਪਿੰਡ 'ਚ, ਜਿਵੇਂ ਪਹਿਲਾਂ ਵਿਚਰਦੇ ਸੀ। ਕੋਈ ਫਰਕ ਨਹੀਂ ਪਿਆ। ਵਿਆਹ ਕਰਵਾ ਕੇ ਵੀ ਸਾਧੂਆਂ ਦੀ ਸੰਗਤ, ਗਰੀਬਾਂ ਲੋੜਵੰਦਾਂ ਦੀ ਸਹਾਇਤਾ, ਕਹਿੰਦੇ ਜਿਉਂ ਤਿਉਂ ਜਿਵੇਂ ਪਹਿਲਾਂ ਸਨ ਹੋਵੇ ਹੀ ਇਸ ਨਗਰ ਦੀ ਗਲੀ ਗਲੀ ਵਿੱਚ ਪਾਤਸ਼ਾਹ ਆਪ ਵਿਚਰਦੇ ਨੇ। ਮਨੁਜ ਪਰਸ ਪਾਰ ਮਿਲੇ ਸਰਾਹੀ, ਮੋਹਨ ਮੋਹ ਸ੍ਰੀ ਗੁਣ ਅਵਗਾਹੀ। ਜਿਹੜਾ ਵੀ ਮਨੁੱਖ ਮਿਲਦਾ ਸਤਿਗੁਰਾਂ ਦੀ ਮਹਿਮਾ ਕਰਦਾ, ਮੂੰਹ ਤੇ ਸਿਫਤ ਕਰਦਾ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਕਿਸੇ ਪੀਏ ਨੂੰ ਨਹੀਂ ਮਿਲਣਾ ਪੈਂਦਾ, ਕਿਸੇ ਸੇਵਾਦਾਰ ਕੋਲ ਜਾ ਕੇ ਪਰਮਿਸ਼ਨ ਨਹੀਂ ਲੈਣੀ ਪੈਂਦੀ। ਅੱਜ ਦੇ ਸਮੇਂ ਹੈ ਕਿਸੇ ਕੱਚੇ ਪਿੱਲੇ ਪਖੰਡੀ ਨੂੰ ਮਿਲਣਾ ਹੋਊਗਾ ਨਾ, ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ ਵੀ ਮਿਲੂਗਾ ਜਾਂ ਨਹੀਂ ਮਿਲੂਗਾ, ਹੁੰਦਾ ਨਾ ਏਦਾਂ। ਪਰ ਗੁਰੂ ਨਾਨਕ ਸਾਹਿਬ ਐਸੇ ਸੀ, ਕਹਿੰਦੇ ਜਿਹਦਾ ਚਿੱਤ ਕਰਦਾ ਸੀ ਉਹਨੂੰ ਆਪ ਹੀ ਮਿਲਾਉਂਦੇ ਸੀ। ਇੰਨੀ ਨਿਮਰਤਾ, ਇੰਨੀ ਹਲੀਮੀ ਹੈ। ਗਲੀ ਗਲੀ ਵਿਚਰਦੇ ਆ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਮਿਲਦੇ ਆ। ਹਰ ਕੋਈ ਤਾਰੀਫ ਕਰਦਾ ਹੈ। ਤਾਰੀਫਾਂ ਸੁਣ ਕੇ ਕਦੇ ਖੁਸ਼ ਨਹੀਂ ਹੁੰਦੇ। ਮਦਰ ਬਚਨ ਜਿਹੇ ਮ੍ਰਿਦੁਲ ਸੁਭਾਉ, ਮਦ ਤੇ ਆਦ ਕੁਕਰਮ ਨ ਕਉ। ਮਿੱਠੇ ਬੋਲ ਨੇ ਜਿਨ੍ਹਾਂ ਦੇ, ਕੋਮਲ ਸੁਭਾਅ ਹੈ, ਗੁਲਾਬ ਦੇ ਫੁੱਲ ਵਰਗਾ, ਖੁਸ਼ਬੂ ਦੇ ਵਾਲਾ। ਕਹਿੰਦੇ ਹੰਕਾਰ ਤੇ ਗੁੱਸਾ ਇਹ ਤੇ ਜ਼ਿੰਦਗੀ ਦੀ ਡਿਕਸ਼ਨਰੀ ਵਿੱਚ ਹੈ ਹੀ ਨਹੀਂ, ਇਹਦੀ ਆਏ ਨਹੀਂ ਕਦੇ। ਨਾ ਮਦ ਕਹੀਏ ਹੰਕਾਰ, ਨਾ ਕੋਈ ਅਵਗੁਣ ਹੈ, ਗੁਣਾਂ ਦੀ ਖਾਨ ਹਨ। ਔਰ ਉਦਾਰ ਮਤ ਸੰਤ ਸੁਸ਼ੀਲਾ, ਕਰਨਾਵਾਨ ਸਰੂਪ ਛਬੀਲਾ। ਸ਼ੈਲ ਛਬੀਲੇ ਰੂਪ ਵਾਲੇ ਪਾਤਸ਼ਾਹ ਦੁਨੀਆ ਦਾ ਉਧਾਰ ਕਰਦੇ ਨੇ ਸਦਾ, ਸਭ ਨੂੰ ਆਪ ਜਾ ਕੇ ਮਿਲਦੇ ਆ। ਇੰਨੀ ਨਿਮਰਤਾ, ਇੰਨੀ ਨਿਮਰਤਾ, ਕਹਿੰਦੇ ਬੇਹੱਦ ਹੀ ਹੈ, ਬੇਹੱਦ ਨਿਮਰਤਾ। ਕੋਈ ਆਕੜ ਨਹੀਂ, ਕੋਈ ਰੋਬ ਨਹੀਂ, ਕਦੇ ਕਿਸੇ ਨੂੰ ਮੰਦਾ ਫੀਕਾ ਬੋਲਿਆ ਨਹੀਂ। ਹੁਣ ਗੁਰੂ ਸਾਹਿਬ ਲੱਭਦੇ ਫਿਰਦੇ ਆ ਪਿੰਡ ਵਿੱਚ, ਕਿਹਦਾ ਭਲਾ ਕਰਦੀ,
ਭਲਾ ਵੀ ਉਸੇ ਦਾ ਹੁੰਦਾ ਜਿਹੜਾ ਭਲਾ ਚਾਹੁੰਦਾ ਹੋਵੇ। ਇਹ ਨਹੀਂ ਮੈਂ ਆਪਣਾ ਭਲਾ ਮੰਗਾ ਤੇ ਮੰਗਾ ਲੋਕਾਂ ਦਾ ਬੁਰਾ ਤੇ ਮੇਰਾ ਕਿੱਥੋਂ। ਜਿਹੜਾ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਣ ਵਾਲਿਆਂ ਦਾ ਹੀ ਭਲਾ ਹੁੰਦਾ ਹੈ। ਆਪਣਾ ਭਲਾ ਮੰਗਣ ਵਾਲਿਆਂ ਦੀ ਹਾਲਤ ਦੇਖ ਲਓ ਜਾ ਕੇ, ਕਦੇ ਸੁਖੀ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਲੋਕਾਂ ਨੂੰ ਲੱਭ ਲੱਭ ਕੇ ਉਹਨਾਂ ਦਾ ਉਧਾਰ ਕਰਦੇ ਨੇ। ਹਰਖ ਸ਼ੋਕ ਤੇ ਹਿਰਦਾ ਉਦਾਸੀ, ਵਾਹਿਗੁਰੂ ਬਿਸੈ ਬਸਨਾ ਕੀ ਜਰ, ਬਿਸੈ ਬਸਨਾ ਕੀ ਜਰ ਨਾਸੀ। ਐਸੇ ਪਾਤਸ਼ਾਹ ਜਿਨ੍ਹਾਂ ਨੇ ਦੁਨੀਆ ਦੇ ਵਿਸ਼ਿਆਂ ਨੂੰ ਕੱਟਿਆ, ਜ਼ਮਾਨੇ ਦੇ ਵਿਕਾਰਾਂ ਨੂੰ ਜਿਨ੍ਹਾਂ ਦੀ ਇੱਕ ਨਜ਼ਰ ਕੱਟ ਦਿੰਦੀ ਹੈ। ਕਿੱਡਾ ਕੋਈ ਬੈਣੀ ਹੋਵੇ, ਕਿੰਨਾ ਕੋਈ ਭਰਮੀ ਹੋਵੇ, ਕਿੰਨਾ ਵੀ ਕੋਈ ਹੰਕਾਰੀ ਹੋਵੇ, ਜਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਮਣੇ ਆ ਜਾਂਦੇ ਆ ਨਾ, ਕੋਈ ਆਪਣੇ ਔਗਣਾਂ ਨੂੰ ਹੀ ਭੁੱਲ ਜਾਂਦਾ। ਆਖੋ ਸਤਿਨਾਮ। ਅੱਜ ਸਤਿਗੁਰ ਜੀ ਮਿਹਰ ਦੀਆਂ ਰਿਸਮਾਂ ਵਰਤਾ ਰਹੇ ਨੇ। ਨਗਰ ਸੁਲਤਾਨਪੁਰ ਲੋਧੀ ਤੇ ਅੱਜ ਰਾਏ ਭੋਏ ਦੀ ਤਲਵੰਡੀ, ਦੋਨੋਂ ਹੀ ਬਣ ਗਏ। ਕੋਈ ਸਮਾਂ ਸੀ ਮੋਦੀ ਖਾਨਾ ਕਰਕੇ ਸਤਿਗੁਰਾਂ ਉੱਥੇ ਦੇ ਲੋਕਾਂ ਨੂੰ ਉਪਦੇਸ਼ ਦਿੱਤਾ। ਜਿਹੜੇ ਰਹਿ ਗਏ ਸੀ, ਜਿਨ੍ਹਾਂ ਕਦੇ ਪਹਿਲਾਂ ਨਹੀਂ ਸਮਝਿਆ, ਉਹਨਾਂ ਨੂੰ ਰਾਏ ਭੋਏ ਦੀ ਤਲਵੰਡੀ ਵਿੱਚ ਸੁਲਤਾਨਪੁਰ ਲੋਧੀ ਦੀ ਤਰ੍ਹਾਂ ਤਾਰਦੇ ਨੇ, ਸਭ ਦਾ ਭਲਾ ਕਰਦੇ ਨੇ। ਹਰਖ ਸ਼ੌਕ ਤੇ ਹਿਰਦਾ ਉਦਾਸੀ, ਔਰ ਸੁਲਤਾਨ ਜਾਹੀ ਕਮਾਈ, ਕਰੀ ਅਧਿਕ ਜਿਹੇ ਟੋਟ ਨਾ ਕਾਈ। ਸਤਿਗੁਰਾਂ ਦੇ ਮਨ ਵਿੱਚ ਫੁਰਨਾ ਆਇਆ। ਗੁਰੂ ਸਾਹਿਬ ਨੇ ਘਰੇ ਜ਼ਾਹਰ ਕੀਤਾ, ਕਹਿੰਦੇ ਸਮਾਂ ਹੋ ਗਿਆ ਸੁਲਤਾਨਪੁਰ ਲੋਧੀ ਜਾਣਾ ਚਾਹੁੰਦੇ ਆ। ਚਿੱਤ ਹੈ ਸਾਡਾ, ਪਰ ਪਿਤਾ ਨਹੀਂ ਸੀ ਚਾਹੁੰਦੇ ਮੇਰਾ ਪੁੱਤ ਛੱਡ ਕੇ ਜਾਵੇ। ਉਹ ਚਾਹੁੰਦੇ ਨੇ ਹੌਲੀ ਹੌਲੀ ਇਹਦਾ ਮਨ ਇੱਥੇ ਲੱਗ ਜੇ। ਤਾਂ ਹੀ ਬਾਪੂ ਜੀ ਪੁੱਛਦੇ ਨਹੀਂ ਸੀ ਕਿਹਨੂੰ ਮਿਲ ਜਾਂਦਾ, ਕਿੱਥੇ ਖੜਦੇ ਹੋ, ਕੀ ਕਰਦੇ ਹੋ। ਉਹਨਾਂ ਦੇ ਚਿੱਤ ਵਿੱਚ ਇਹ ਸੀ ਵੀ ਚਲੋ ਜੇ ਇੱਥੇ ਰਚ ਜਾਣ, ਸਭ ਨਾਲ ਹੀ ਉੱਠਣ ਬੈਠਣ ਲੱਗ ਜਾਣ, ਤੇ ਇਹਨਾਂ ਨੂੰ ਫਿਰ ਪਿੰਡ ਚੰਗਾ ਲੱਗੂਗਾ। ਪਿੰਡ ਛੱਡ ਕੇ ਨਹੀਂ ਜਾਣਗੇ। ਪਰ ਕੁਝ ਦਿਨਾਂ ਬਾਅਦ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਜਾਣ ਦੀ ਇੱਛਾ ਪ੍ਰਗਟ ਕੀਤੀ ਹੈ। ਦਿਓ ਦਾਨ ਦੀਨਨ ਧਨ ਪੂਰੀ, ਪਸਰੀ ਕੀਰਤ ਜਹ ਤਹ ਰੂਰੀ। ਜਿਨ੍ਹਾਂ ਦੀ ਸਿਫਤ ਹਰ ਕੋਈ ਕਰਦਾ, ਭਾਵੇਂ ਉਹ ਸ਼ਰੀਕ ਹੋਣ, ਭਾਵੇਂ ਉਹ ਲੋਕ ਬੁਰਾਈ ਕਰਦੇ ਹੁਣ ਕਿਸੇ ਦੀ, ਪਰ ਗੁਰੂ ਨਾਨਕ ਸਾਹਿਬ ਨੂੰ ਹੁਣ ਸਾਰੇ ਚੰਗਾ ਕਹਿਣ ਲੱਗੇ। ਮਰਦ ਕਿਸੇ ਦੀ ਚੰਗਿਆਈ ਸੁਣ ਕੇ ਫੁੱਲਦੇ ਨਹੀਂ, ਖੁਸ਼ ਨਹੀਂ ਹੁੰਦੇ, ਕਿਉਂਕਿ ਆਸਾਂ ਨਹੀਂ ਕਿਸੇ ਤੋਂ ਲਾਈਆਂ। ਆਸਾਂ ਲਾਓਗੇ ਤੇ ਦੁੱਖ ਪਾਓਗੇ, ਕਿਸੇ ਨਾਲ ਨਫ਼ਰਤ ਕਰਕੇ ਦੂਰ ਹੋ ਜਾਓਗੇ ਤਾਂ ਵੀ ਅੰਦਰ ਕੁਛ ਨਾ ਕੁਛ ਵਿਕਾਰ ਆਊਗਾ। ਜਦੋਂ ਸਾਹਮਣੇ ਆ ਗਿਆ, ਗੁਰੂ ਸਾਹਿਬ ਦੀ ਨਿੰਦਿਆ ਕਰਨ ਵਾਲੇ ਬੜੇ ਸੀ, ਮਾੜਾ ਕਹਿਣ ਵਾਲੇ ਬੜੇ ਸੀ, ਪਰ ਸਤਿਗੁਰਾਂ ਨੇ ਕਿਸੇ ਦੀ ਬੁਰਾਈ ਨਾ ਕੀਤੀ। ਆਨੰਦ 'ਚ ਹੀ ਰਹਿੰਦੇ ਰਹੇ। ਪਿਤਾ ਜੀ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਆ ਵੀ ਮੇਰੇ ਪੁੱਤਰ ਦਾ ਚਿੱਤ ਇੱਥੇ ਲੱਗਿਆ ਰਹੇ। ਅਸ ਪ੍ਰਕਾਰ ਨਿਜ ਜਸ ਵਿਸਤਾਰਾ, ਬਸੇ ਮਾਸ ਇੱਕ ਮੋਖ ਦੁਆਰਾ। ਮੁਕਤੀ ਦੇ ਦਾਤੇ ਸਤਿਗੁਰਾਂ ਨੇ 1 ਮਹੀਨਾ ਰਾਏ ਭੋਏ ਦੀ ਤਲਵੰਡੀ ਵਿੱਚ ਬਤੀਤ ਕਰ ਲਿਆ। ਮਾਪਿਆਂ ਨੂੰ ਪਤਾ ਹੀ ਨਾ ਲੱਗਿਆ ਮਹੀਨਾ ਲੰਘ ਕਦੋਂ ਗਿਆ। ਪਰ ਗੁਰੂ ਸਾਹਿਬ ਦੇ ਸੁਭਾਅ ਵਿੱਚ ਵਿਆਹ ਤੋਂ ਬਾਅਦ ਕੋਈ ਚੇਂਜ ਨਹੀਂ ਹੈ, ਬਦਲਾਵ ਨਹੀਂ ਹੈ। ਜਿਵੇਂ ਪਿਤਾ ਕਹਿੰਦੇ ਸੀ ਨਾ ਵੀ ਜਿੱਦਣ ਵਿਆਹ ਕਰਾਏਗਾ ਤੈਨੂੰ ਪਤਾ ਲੱਗੂ। ਲੋਕ ਵੀ ਕਹਿੰਦੇ ਸੀ ਇਹਨੂੰ ਵਰਤਿਓ, ਇਹਨੂੰ ਸਮਝ ਆ ਜੂਗੀ, ਕਮਾਉਣਾ ਆ ਜੂ, ਮਰਦ ਆ ਜੂ। ਪਰ ਮਾਂ ਵੇਖਦੀ ਮੇਰੇ ਪੁੱਤ 'ਚ ਕੋਈ ਬਦਲਾਵ ਨਹੀਂ। ਜਿਹੜੇ ਭਾਗਾਸ਼ਾਲੀ ਲੋਕ ਹੁੰਦੇ ਆ ਨਾ, ਉਹ ਵਿਆਹ ਤੋਂ ਬਾਅਦ ਵੀ ਉਹੋ ਜਿਹੇ ਰਹਿੰਦੇ ਆ ਜਿਹੇ ਜਿਹੇ ਵਿਆਹ ਤੋਂ ਪਹਿਲਾਂ ਸੀ। ਤੇ ਸੰਸਾਰੀ ਬੰਦਾ, ਸੰਸਾਰੀ ਬਿਰਤੀ ਵਾਲਾ, ਪਹਿਲਾਂ ਕੁਝ ਹੋਰ ਹੁੰਦਾ ਤੇ ਬਾਅਦ 'ਚ ਕੁਝ ਹੋਰ ਹੁੰਦਾ। ਤੇ ਜਦ ਫਿਰ ਘਰ 'ਚ ਬੱਚੇ ਆ ਜਾਣ ਫਿਰ ਹੋਰ ਬਣ ਜਾਂਦਾ। ਜਦ ਬੱਚੇ ਵੱਡੇ ਹੋ ਕੇ ਵਿਆਹੇ ਗਏ ਫਿਰ ਹੋਰ ਤਰ੍ਹਾਂ ਦਾ ਸੁਭਾਅ ਅਡਾਪਟ ਕਰ ਲੈਂਦਾ, ਫਿਰ ਖੱਚਰਾਂ ਵਾਲੀ ਜ਼ਿੰਦਗੀ ਬਣ ਜਾਂਦੀ ਹੈ। ਕਈ ਤਰ੍ਹਾਂ ਦੇ ਉਤਰਾਵ ਚੜਾਅ ਜ਼ਿੰਦਗੀ 'ਚ ਹੁੰਦੇ ਆ, ਪਰ ਗੁਰਮੁਖਾਂ ਦਾ ਸੁਭਾਅ ਜਿਹੋ ਜਿਹਾ ਬਚਪਨ ਵਿੱਚ ਹੁੰਦਾ ਹੈ ਉਹੋ ਜਿਹਾ ਹੀ ਬੁਢਾਪੇ ਵਿੱਚ ਹੁੰਦਾ ਹੈ। ਆ ਦੁਨੀਆ ਦੀਆਂ ਰਿਸਮਾਂ, ਜੱਗ ਦੀਆਂ ਆਦਤਾਂ, ਜੱਗ ਦੇ ਖਿਆਲ ਉਹਨਾਂ ਨੂੰ ਬਦਲ ਸਕਦੇ ਨਹੀਂ। ਪੁੰਨ ਗਮਨ ਨਾ ਕੀਨੀ ਤਿਆਰੇ, ਮਿਲਨ ਬੁਲਾ ਰਹੇ ਪ੍ਰੀਤ ਵਿਚਾਰੇ। ਸਹਿਜ ਸੁਭਾਅ ਅੱਜ ਦਾ ਦਿਨ ਚੜਿਆ। ਗੁਰੂ ਨਾਨਕ ਸਾਹਿਬ ਜੀ ਆਪਣੇ ਧਰਮ ਪਤਨੀ ਸੁਲੱਖਣੀ ਜੀਆਂ ਨੂੰ ਆਖਿਆ ਵੀ ਬਸਤਰ ਤਿਆਰ ਕਰ ਲਓ।
ਅੱਜ ਦੁਪਹਿਰ ਵੇਲੇ ਆਪਾਂ ਨਿਕਲ ਜਾਣਾ, ਇੱਥੋਂ ਜਾਣਾ ਹੈ, ਆਗਿਆ ਲੈ ਲਓ। ਕਹਿੰਦੇ ਸੁਲੱਖਣੀ ਜੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ, ਕਿਉਂਕਿ ਉਹ ਗੁਰੂ ਸਾਹਿਬ ਦੀ ਹੁਕਮ 'ਚ ਨੇ, ਸਤਿਗੁਰਾਂ ਦੀ ਰਜ਼ਾ ਵਿੱਚ ਨੇ। ਉਹ ਸਤਿਗੁਰਾਂ ਨੂੰ ਪਤੀ ਨਹੀਂ ਮੰਨਦੇ, ਪਰਮਾਤਮਾ ਮੰਨਦੇ ਆ, ਕਿਉਂਕਿ ਹੈ ਹੀ ਪਰਮਾਤਮਾ ਨੇ। ਇੰਨਾ ਵਚਨ ਕਹਿਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਕੋਲੋਂ ਸਹਿਜ ਸੁਭਾਅ ਉੱਠੇ ਬਿਨਾਂ ਦੱਸੇ ਉਸ ਪਾਸੇ ਚੱਲ ਪਏ ਜਿੱਥੇ ਰਾਏ ਬੁਲਾਰ ਜੀ ਬੈਠੇ, ਚਾਹੁੰਦੇ ਆ ਜਾਣ ਤੋਂ ਪਹਿਲਾਂ ਇੱਕ ਵਾਰ ਮਿਲ ਕੇ ਜਾਈਏ। ਤੋ ਇਕੰਤ ਤਵੈ ਅਵਨੀਪਾ, ਸਾਦਰ ਵੈਸੇ ਜਾਏ ਸਮੀਪਾ। ਸਹਿਜ ਸੁਭਾਅ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਲੇ ਚਲੇ ਗਏ। ਜਦੋਂ ਜਾ ਕੇ ਵੇਖਿਆ, ਕੁਦਰਤੀ ਰੱਬ ਸਬੱਬੀ ਰਾਏ ਬੁਲਾਰ ਵੀ ਇਕੱਲੇ ਹੀ ਬੈਠੇ ਸੀ, ਅੱਜ ਇਕੱਲੇ ਹੀ ਸੀ। ਮਹਾਰਾਜ ਕੋਲ ਗਏ, ਹੱਥ ਜੋੜ ਕੇ ਸੁਭਾਵਕ ਜਾ ਕੇ ਮੱਥਾ ਟੇਕਦਾ। ਉਹਨਾਂ ਨੇ ਇਹਨਾਂ ਨੂੰ ਨਮਸਕਾਰ ਕਰ, ਕਿਉਂਕਿ ਰਾਏ ਬੁਲਾਰ ਸਤਿਗੁਰਾਂ ਤੋਂ ਮੱਥਾ ਨਹੀਂ ਟੇਕਾਉਂਦੇ, ਉਹ ਰੱਬ ਮੰਨਦੇ ਨੇ ਗੁਰੂ ਸਾਹਿਬ ਨੂੰ। ਸਤਿਗੁਰਾਂ ਦਾ ਆਉਣਾ ਵੇਖ ਬੜੇ ਖੁਸ਼ ਹੋ ਗਏ। ਹਾਥ ਬੰਦ ਬਚ ਬਦਤ ਬੁਲਾਰਾ, ਪਰਮ ਲਾਭ ਮੁਝ ਦਰਸ਼ ਤੁਮਾਰਾ। ਰਾਏ ਬੁਲਾਰ ਦੋਨੋਂ ਹੱਥ ਜੋੜ ਕੇ ਕਹਿੰਦੇ, ਉਹ ਰੱਬਾ ਮੇਰਿਆ, ਵੱਡੇ ਭਾਗ ਨੇ ਅੱਜ ਮੇਰੇ, ਚੇਤੇ ਕੀਤਾ ਸੀ ਸਾਹਮਣੇ ਆ ਗਏ ਹੋ। ਆਖੋ ਸਤਿਨਾਮ। ਏਡੇ ਵੱਡੇ ਭਾਗ ਕਿੱਥੋਂ ਹੋਣਗੇ? ਰੱਬ ਨੂੰ ਯਾਦ ਕਰੋ, ਰੱਬ ਹਾਜ਼ਰ। ਕਹਿੰਦੇ ਭਾਗਾਸ਼ਾਲੀ ਹੁਣ ਤੇ ਚਿੱਤ ਕਰਦਾ ਭਾਵੇਂ ਸਰੀਰ ਚੋਂ ਜਾਨ ਨਿਕਲ ਜੇ, ਉਲੰਭਾ ਹੀ ਕੋਈ ਨਹੀਂ ਜ਼ਿੰਦਗੀ ਦਾ। ਇੱਕ ਚਾਹਤ ਸੀ ਰੱਬ ਨੂੰ ਮਿਲਣ ਦੀ, ਉਹ ਵੀ ਪ੍ਰਾਪਤ ਹੋ ਗਿਆ ਏ। ਗਿਆਨ ਸ਼ਰੋਮਣ ਕਿਰਪਾ ਨਿਧਾਨਾ, ਕਲਵਾਨ ਕਲ ਬਿਨ ਗੁਣ ਖਾਨਾ। ਗੁਰੂ ਸਾਹਿਬ ਕੋਲ ਬਹਿ ਕੇ ਰਾਏ ਬੁਲਾਰ ਜੀ ਆਖਣ ਲੱਗੇ, ਕਹਿੰਦੇ ਤੁਸੀਂ ਗਿਆਨਵਾਨ ਹੋ, ਕਲਾਵਾਨ ਹੋ, ਕਿਉਂਕਿ ਅੱਜ ਤੱਕ ਸਤਿਗੁਰੂ ਇਹਨਾਂ ਤੋਂ ਵੀ ਮਾੜਾ ਮੋਟਾ ਪਰਦਾ ਰੱਖਦੇ ਸੀ, ਵੀ ਬਹੁਤਾ ਨਾ ਪਤਾ ਲੱਗ ਜੇ, ਕਿਤੇ ਪਿਤਾ ਜੀ ਨੂੰ ਨਾ ਦੱਸ ਦੇਣ ਵੀ ਤੁਹਾਡਾ ਪੁੱਤਰ ਪਰਮਾਤਮਾ ਹੈ, ਪਰਮੇਸ਼ਰ ਹੈ, ਰੱਬ ਹੈ। ਪਰ ਫਿਰ ਵੀ ਉਹ ਰਮਜ ਜਾਣਦੇ ਸੀ ਗੁਰੂ ਸਾਹਿਬ। ਕਹਿੰਦੇ ਮਹਾਰਾਜ ਕੋਈ ਗਿਆਨ ਹੀ ਦੇ ਦਿਓ, ਉਪਦੇਸ਼ ਬਖਸ਼ ਦਿਓ, ਜੀਵਨ ਦਾ ਉਧਾਰ ਹੋ ਜਾਵੇ। ਹਸਿਓ ਰਹਿਤ ਮੈਂ ਜਗਤ ਕਲੇਸ਼ੋ, ਰਾਵਰ ਕੀ ਲਾਲਚ ਉਪਦੇਸ਼ੋ। ਹੱਸ ਕੇ ਸਤਿਗੁਰ ਪੁੱਛਦੇ, ਅੱਜ ਅੰਦਰ ਦੀਆਂ ਗੱਲਾਂ ਹੋਣ ਲੱਗੀਆਂ ਨੇ। ਮਰਦ ਕਹਿੰਦੇ ਦੱਸੋ ਕੀ ਗਿਆਨ ਚਾਹੀਦਾ, ਕਿਉਂਕਿ ਸਾਰੇ ਨਗਰ ਨੂੰ ਤਾਰ ਰਹੇ ਨੇ। ਕਿਉਂ ਤਾਰਦੇ ਆ? ਗੁਰੂ ਸਾਹਿਬ ਜਾਣਦੇ ਆ ਹੁਣ ਬਹੁਤਾ ਸਮਾਂ ਪਿੰਡ ਨਹੀਂ ਆਇਆ ਕਰਨਾ, ਫਿਰ ਦੁਨੀਆ ਦੇ ਭਲੇ ਵਾਸਤੇ ਨਿਕਲਣਗੇ। ਤਾਂ ਹੀ ਗੋਪਾਲ ਪਾਦਾ, ਪੰਡਤ ਹਰਿਆਲ ਸਭ ਨੂੰ ਉਪਦੇਸ਼ ਦਿੱਤਾ, ਸਭ ਨੂੰ ਜੋੜਦਾ। ਤੇ ਅੱਜ ਰਾਏ ਬੁਲਾਰ ਜੀ ਦੀ ਵਾਰੀ ਸੀ। ਮਰਦ ਕਹਿੰਦੇ ਮੰਗੋ ਕੀ ਮੰਗਦੇ ਹੋ? ਕਹਿੰਦੇ ਪਾਤਸ਼ਾਹ ਆ ਜੱਗ ਦੇ ਕਲੇਸ਼ ਵਿੱਚੋਂ ਆਪਣੀ ਸੁਰਤ ਦਾ ਗਿਆਨ ਦੇ ਕੇ ਕੱਢ ਲਓ। ਆਖੋ ਸਤਿਨਾਮ। ਕਹਿੰਦੇ ਮੰਗ ਦੱਸੋ ਕੀ ਹੈ? ਮੰਗ ਪਤਾ ਕੀ ਸੀ? ਕਹਿੰਦੇ ਤੁਹਾਡੇ ਦਰਸ਼ਨ ਦੀ ਲਾਲਸ ਹੈ। ਇਹੋ ਹੀ ਰਾਏ ਬੁਲਾਰ ਸਾਹਿਬ ਨੇ, ਜਿਨ੍ਹਾਂ ਨੇ 1850 ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਕੀਤੀ ਹੋਈ ਹੈ। 7 ਮੁਰੱਬੇ ਉਹਨਾਂ ਸਮਿਆਂ ਗੁਰੂ ਸਾਹਿਬ ਦੇ ਨਾਮ ਕਰਦੇ ਸੀ। ਅੱਜ ਉਹ ਬੜੇ ਪਿਆਰ ਚ ਕਹਿੰਦੇ ਮਰਦ ਜੇ ਕੁਝ ਬਖਸ਼ਣਾ ਚਾਹੁੰਦੇ ਹੋ ਤੇ ਦਰਸ਼ਨ ਬਖਸ਼ ਦਿਓ। ਅਭਿਲਾਸ਼ਾ ਲੱਗੀ ਰਹੇ, ਦਰਸ਼ਨਾਂ ਦੀ ਅੰਦਰ ਤਲਬ ਲੱਗੀ ਰਹੇ। ਕਰਤ ਕਿਉ ਮੁਝ ਲਖ ਅਧਿਕਾਰੀ, ਕਟੋ ਨ ਬੰਧਨ ਸ਼ਰਨ ਤੁਮਾਰੀ। ਮਰਦ ਮੈਂ ਤੁਹਾਡੀ ਸ਼ਰਨ ਵਿੱਚ ਵੀ ਆਇਆ ਹੋਇਆ, ਮੇਰੇ ਬੰਧਨ ਕਿਉਂ ਨਹੀਂ ਕੱਟਦੇ? ਰਾਜਲਾਲ ਸਾਹਿਬ ਕਹਿੰਦੇ ਕਿਰਪਾ ਕਰੋ। ਉਹ ਕਿਹੜਾ ਸਮਾਂ ਆਊਗਾ ਜਦੋਂ ਗਿਆਨ ਦਾ ਉਪਦੇਸ਼ ਦਓਗੇ ਆਪ ਜੀ? ਕਿਉਂਕਿ ਹਰ ਵਾਰ ਰਾਏ ਬੁਲਾਰ ਸਾਹਿਬ ਸਤਿਗੁਰਾਂ ਦੀ ਸਿਫਤ ਕਰਦੇ ਆ, ਮਰਦ ਚੁੱਪ ਰਹਿੰਦੇ ਆ, ਕਦੇ ਬੋਲੇ ਨਹੀਂ, ਮੱਥਾ ਟੇਕ ਦਿੰਦੇ ਆ। ਪਰ ਰਾਏ ਬੁਲਾਰ ਸਾਹਿਬ ਕਹਿੰਦੇ ਮਰਦ ਕੁਛ ਬਖਸ਼ੋ, ਝੋਲੀ ਪਾ ਦਿਓ, ਐਸਾ ਗਿਆਨ ਦੇਵੋ ਇਸ ਜੀਵਨ ਦੇ ਵਿੱਚੋਂ ਮੈਂ ਮੁਕਤ ਹੋ ਜਾਵਾਂ। ਭਾਵੇਂ ਉਹ ਜੀਵਨ ਮੁਕਤ ਨਹੀਂ ਮਿਲਣੀ, ਕੋਈ ਵਿਕਾਰ ਨਹੀਂ ਅੰਦਰ, ਪਰ ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਕਹੇ ਮੈਂ ਸਿੱਖ ਹਾਂ। ਮਾਫ ਕਰਿਓ, ਉਹ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਜਿਹੜਾ ਕਹੇ ਮੈਂ ਬ੍ਰਹਮ ਗਿਆਨੀ ਆ। ਉਹ ਗਿਆਨੀ ਨਹੀਂ ਹੈ, ਸਾਧੂ ਨਹੀਂ ਹੈ, ਸੰਤ ਨਹੀਂ ਹੈ ਜਿਹੜਾ ਆਪਣੇ ਆਪ ਨੂੰ ਮੰਨੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕੌਣ ਬੈਠੇ ਆ? ਪੂਰਨ ਸਾਧੂ ਬੈਠੇ ਆ ਰਾਏ ਬੁਲਾਰ। ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਮੰਨਦੇ। ਗੁਰੂ ਸਾਹਿਬ ਦਾ ਇਤਿਹਾਸ ਸੁਣ ਰਹੇ ਹੋ ਨਾ, ਜਿੰਨੇ ਸਤਿਗੁਰਾਂ ਦੇ ਪੂਰਨ ਸਿੱਖ ਨੇ, ਬਾਬਾ ਬੁੱਢਾ ਜੀ ਦਾ ਜੀਵਨ ਪੜ੍ਹ ਲਓ, ਆਪ ਪੜ੍ਹਿਓ ਕਦੇ ਬਹਿ ਕੇ ਇਕੱਲੇ। 6 ਸਤਿਗੁਰਾਂ ਨੂੰ ਗੁਰਗੱਦੀ ਤਿਲਕ ਕੀਤਾ ਤੇ ਕਈ ਪਾਤਸ਼ਾਹ ਦੇ ਦਰਸ਼ਨ ਵੀ ਕੀਤੇ ਆ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ 8ਵੇਂ ਪਾਤਸ਼ਾਹ ਵੀ 55 ਦੀਦਾਰ ਕੀਤੇ ਹੋਏ ਉਹਨਾਂ ਦੇ।
ਜਦੋਂ ਉਹ ਬਚਪਨ ਵਿੱਚ ਸਨ। ਫਿਰ ਵੀ ਜੇ ਉਹਨਾਂ ਨੂੰ ਪੁੱਛਿਆ, ਕਹਿੰਦੇ ਬਾਲਕੋ ਤੁਸੀਂ ਗੁਰਗੱਦੀ ਤੇ ਕਿਉਂ ਨਹੀਂ ਬਹਿੰਦੇ? ਪਤਾ ਕੀ ਕਹਿੰਦੇ ਸੀ ਬਾਬਾ ਬੁੱਢਾ ਜੀ? ਕਹਿੰਦੇ ਅਜੇ ਤੱਕ ਤੇ ਮੈਂ ਸਿੱਖ ਵੀ ਨਹੀਂ ਬਣਿਆ। ਸਾਡਾ ਨਾਮ ਦੁਨੀਆ ਬ੍ਰਹਮ ਗਿਆਨੀ ਕਹਿੰਦੀ ਸੀ, ਦੁਨੀਆ ਦੀ ਗੱਲ ਛੱਡੋ। ਗੁਰੂ ਅਰਜਨ ਦੇਵ ਪਾਤਸ਼ਾਹ ਵੇਗ ਸਭਾ ਚ ਉੱਠ ਪੈਂਦੇ ਸੀ ਬਾਬਾ ਬੁੱਢਾ ਜੀ ਨੂੰ, ਕਹਿੰਦੇ ਧੰਨਵਾਦ ਪੁਰਖ ਆਏ ਵੱਡੇ ਆ, ਨੰਗੇ ਪੈਰ ਮਿੰਟ ਚਲੇ ਜਾਂਦੇ ਸੀ। ਤੇ ਉਹ ਸਿੱਖ ਆਪਣੇ ਆਪ ਨੂੰ ਸਿੱਖ ਵੀ ਨਹੀਂ ਸੀ ਮੰਨਦੇ। ਕਹਿੰਦੇ ਮੈਂ ਜਗਿਆਸੂ ਹਾਂ ਜੀ, ਮੇਰੇ ਅੰਦਰ ਜਗਿਆਸਾ ਹੈ, ਮੈਂ ਸਿੱਖ ਨਹੀਂ ਬਣਿਆ। ਤੇ ਮੇਰੇ ਵਰਗੇ ਨੂੰ ਪੁੱਛੇ ਕੋਈ, ਉਹਦਾ ਲੈ ਯਾਰ ਮੈਂ ਤਾਂ ਖਾਲਸਾ। ਸਾਡੇ ਵਰਗੇ ਤੇ ਆਪ ਹੀ ਨਾ ਲਿਖਾਈ ਫਿਰਦੇ ਪੋਸਟਰਾਂ ਤੇ, ਫਲਾਣਾ ਸਿੰਘ ਖਾਲਸਾ, ਮਹੀਨਾ ਨਹਾਵੇ ਨਾ ਨਹਾਵੇ ਪਰ ਖਾਲਸਾ। ਕੰਮ ਤਾਂ ਹੀ ਚੱਲਦਾ ਹੈ। ਪਰ ਪਿਆਰਿਓ, ਸਿੱਖੀ ਦੀ ਪਰਿਭਾਸ਼ਾ ਜਿੱਦਣ ਸਮਝ ਆ ਗਈ, ਇਹੀ ਦੇ ਕਾਰਨ ਹੈ ਅਸੀਂ ਰੌਲਾ ਨਹੀਂ ਪਾਉਂਦੇ ਫਿਰਦੇ ਜੀ ਸਿੱਖ ਨਹੀਂ ਵੱਧ ਰਹੇ, ਸਿੱਖਾਂ ਦੀ ਗਿਣਤੀ ਨਹੀਂ ਵੱਧਦੀ। ਭਾਈ ਜਿਹੜੇ ਲੱਛਣ ਸਾਡੇ ਆ ਨਹੀਂ ਵਧਣੀ। ਭੁਲੇਖਾ ਹੀ ਨਾ ਰੱਖਿਓ, ਆਲੇ ਦੁਆਲੇ ਦੀਆਂ ਗੱਲਾਂ ਸੁਣਾ ਕੇ ਕਿਹਨੂੰ ਸਿੱਖ ਬਣਾ ਲਓਗੇ? ਸਿੱਖੀ ਦੀ ਪਰਿਭਾਸ਼ਾ ਕਿਉਂ ਨਹੀਂ ਦੱਸੀ? ਜਿੰਨੇ ਕ ਅਸੀਂ ਆ 3 ਕਰੋੜ ਮੰਨਦੇ ਆ ਵੀ ਅਸੀਂ ਸਿੱਖ ਹਾਂ, ਉਹ ਤੋਂ 15 ਕਰੋੜ ਪੰਜਾਬੀ ਆ। ਉਹ 3 ਕਰੋੜ ਵਾਲੇ ਨੂੰ ਲੱਭ ਕੇ ਵੇਖੋ, ਕੋਈ ਕਹਿੰਦਾ ਜੀ ਮੈਂ ਫਲਾਣੇ ਡੇਰੇ ਨਾਲ ਜੁੜਿਆ, ਮੈਂ ਫਲਾਣੇ ਸੰਤਾਂ ਨੂੰ ਮੰਨਦਾ, ਮੈਂ ਫਲਾਣੇ ਬਾਬੇ ਨੂੰ ਮੰਨਦਾ, ਮੈਂ ਤੇ ਰਾਮ ਰਾਏ ਜੀ ਨੂੰ ਮੰਨਦਾ ਜੀ, ਮੈਂ ਤੇ ਜੀ ਫਲਾਣੇ ਨਾਮਧਾਰੀਆਂ ਨੂੰ ਮੰਨਦਾ। ਉਲਝੇ ਫਿਰਦੇ ਆ ਨਾ। ਉਹ 3 ਕਰੋੜ ਦੇ ਵਿੱਚੋਂ ਤੁਹਾਨੂੰ 3 ਲੱਖ ਵੀ ਨਹੀਂ ਮਿਲਣੇ ਜਿਹੜੇ ਪੂਰਨ ਗੁਰੂ ਨਾਲ ਜੁੜੇ ਹੋਣ, ਜੇ ਅਸਲ 'ਚ ਵੇਖੀਏ। ਪਰ ਪੁਰਾਣੇ ਸਮੇਂ ਦੇ ਸਿੱਖ ਕਿੱਡੇ ਗਹਿਰੇ ਸੀ। ਉਹ ਕਹਿੰਦੇ ਨਹੀਂ ਸੀ ਅਸੀਂ ਖਾਲਸੇ ਹਾਂ, ਗੁਰੂ ਕਹਿੰਦਾ ਸੀ ਤੁਸੀਂ ਖਾਲਸੇ ਆ। ਉਹ ਕਦੇ ਮਾਣ ਹੀ ਨਹੀਂ ਸੀ ਕਰਦੇ ਮੈਂ ਸਿੱਖ ਹਾਂ। ਸਤਿਗੁਰ ਕਹਿੰਦੇ ਸੀ ਇਹ ਮੇਰੇ ਗੁਰਮੁਖ ਪਿਆਰੇ ਨੇ। ਬਸ ਫਰਕ ਤੇ ਇਹੀ ਹੈ। ਜੇ ਹੁਣ ਮੈਂ ਆਖਾਂ ਮੈਂ ਸਿੱਖ ਹਾਂ ਤੇ ਮੇਰੀ ਹਉਮੈ ਬੋਲਦੀ ਹੈ ਵੀ ਮੈਂ ਦੂਜੇ ਨੂੰ ਤੇ ਮਾੜਾ ਸਮਝਦਾ, ਮੈਂ ਅੰਮ੍ਰਿਤਧਾਰੀ ਤੂੰ ਨਗੁਣਾ, ਤੇਰੇ ਤੇ ਕਿਰਪਾ ਨਹੀਂ ਹੋਈ, ਮੇਰੇ ਤੇ ਬੜੀ, ਇਹ ਕੀ ਹੰਕਾਰ ਹੈ? ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਸਭ ਨੂੰ ਚਰਨਾਂ ਨਾਲ ਜੋੜੀ, ਸਭ ਤੇ ਕਿਰਪਾ ਕਰੇ। ਰਾਏ ਬੁਲਾਰ ਕਹਿੰਦੇ ਮਹਾਰਾਜ ਮੇਰੇ ਕੋਲ ਗਿਆਨ ਨਹੀਂ ਹੈ, ਗਿਆਨ ਤੁਹਾਡੇ ਕੋਲੇ ਹੈ। ਅੱਜ ਕਿਰਪਾ ਕਰਕੇ ਕਿਣਕਾ ਝੋਲੀ ਪਾ ਦਿਓ। ਸੋਹਣਾ ਬੋਲੇ ਸ਼੍ਰੀ ਪੰਕਜ ਬਦਨਾ, ਸਿਮਰੋ ਸਤਨਾਮ ਸੁਖ ਸਦਨਾ। ਰਾਏ ਬੁਲਾਰ ਜੀ ਦੇ ਬਚਨਾਂ ਨੂੰ ਸੁਣ ਕੇ ਮਹਾਰਾਜ ਕਹਿੰਦੇ ਮਹਾਂਪੁਰਖੋ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰੋ। ਕੀ ਪਹਿਲਾਂ ਨਹੀਂ ਕਰਦੇ? ਕਰਦੇ ਆ। ਗੁਰੂ ਦਾ ਉਪਦੇਸ਼ ਹੁੰਦਾ ਹੈ ਸਿੱਖ ਲਈ ਸਤ ਵਚਨ। ਤੇ ਮੇਰੇ ਵਰਗੇ ਨੂੰ ਕੋਈ ਆਖੇ ਓਏ ਨਿਤਨੇਮ ਕਰਿਆ ਕਰ, ਮੈਂ ਟੁੱਟ ਕੇ, ਤੈਨੂੰ ਨਹੀਂ ਪਤਾ 21 ਸਾਲ ਹੋ ਗਏ ਕਰਦੇ ਨੂੰ, ਤੂੰ ਜਾਦੇ ਦੱਸੇਗਾ ਮੈਨੂੰ ਆ ਕੇ? ਸਾਡਾ ਹੰਕਾਰ ਹੈ। ਓਏ ਸੇਵਾ ਕਰਿਆ ਕਰ, ਹੁਣ ਤੈਨੂੰ ਮੈਂ ਦੱਸਣਾ ਮੈਂ ਸੇਵਾ ਕਿੰਨੀ ਕਰਦਾ? ਖੜੇ ਆ ਨਾ ਕਿਤੇ। ਰਾਏ ਬੁਲਾਰ ਕਹਿੰਦੇ ਮਹਾਰਾਜ ਉਪਦੇਸ਼ ਦਿਓ। ਸਤਿਗੁਰ ਕਹਿੰਦੇ ਸਤਨਾਮ ਵਾਹਿਗੁਰੂ ਜਪੋ। ਕੀ ਰਾਏ ਬੁਲਾਰ ਨਾਮ ਨਹੀਂ ਜਪਦੇ? ਇੱਕ ਸੁਭਾਵਿਕ ਗੱਲ ਹੈ, ਨਹੀਂ ਜਪਦੇ। ਕੋਈ ਅੱਠੇ ਪੈਰ ਗੁਰੂ ਨਾਨਕ ਦੇ ਪਿਆਰ ਵਿੱਚ ਜੀਂਦੇ। ਉਪਦੇਸ਼ ਗੁਰੂ ਦਾ ਐਸਾ ਹੁੰਦਾ ਹੈ। ਸਤਿਗੁਰ ਕਹਿੰਦੇ ਨਾਮ ਜਪਿਆ ਕਰੋ, ਰੱਬ ਰੱਬ ਕਰਿਆ ਕਰੋ। ਲੱਗਿਓ ਹੁਮਾਉ ਪੰਖ ਜਿਉ ਸੰਗ, ਜਬ ਛੂਟਹਿ ਧਨ ਤੇ ਸੋ ਖੜੰਗਾ। ਗੁਰੂ ਸਾਹਿਬ ਆਖਣ ਲੱਗੇ ਕਹਿੰਦੇ ਨਾਮ ਦੀ ਮਹਿਮਾ ਬਹੁਤ ਵੱਡੀ ਆ ਰਾਏ ਬੁਲਾਰ ਸਾਹਿਬ। ਨਾਮ ਕਿਵੇਂ ਹੈ? ਕਹਿੰਦੇ ਨਾਮ ਹੈ ਜਿੱਦਾਂ ਹਮਾਯੂ ਪੰਛੀ ਹੈ, ਉਹਦੇ ਖੰਭ। ਜਦੋਂ ਪੁਰਾਣਾ ਨੂੰ ਪੜ੍ਹਦੇ ਆ ਨਾ ਜੀ ਤੇ ਗੁਰਬਾਣੀ ਵੀ ਪੜ੍ਹੀਏ, ਇੱਕ ਹਮਾਯੂ ਪੰਛੀ ਦਾ ਜ਼ਿਕਰ ਹੁੰਦਾ ਹੈ। ਉਹ ਪੰਛੀ ਆਪਾਂ ਕਦੇ ਨਹੀਂ ਵੇਖਿਆ, ਨਾ ਹੀ ਵੇਖ ਸਕਦੇ ਆ। ਵੇਖਾਂਗੇ ਤੇ ਤਾਂ ਜੋ ਧਰਤੀ ਤੇ ਆਵੇ। ਜਦੋਂ ਧਾਰਮਿਕ ਗ੍ਰੰਥਾਂ ਨੂੰ ਪੜ੍ਹੋਗੇ ਨਾ, ਸ਼ਾਸਤਰਾਂ ਨੂੰ ਪੜ੍ਹੋਗੇ, ਉਦੋਂ ਪਤਾ ਲੱਗਣਾ ਹਮਾਯੂ ਕੌਣ ਹੈ। ਇੱਥੇ ਹਮਾਯੂ ਵਰਗੇ ਬਾਦਸ਼ਾਹ ਵੀ ਹੋਏ ਆ ਨਾਮ ਕਰਕੇ। ਪਰ ਹਮਾਯੂ ਪੰਛੀ ਦਾ ਇੱਕ ਗੁਣ ਹੈ, ਉਹ ਧਰਤੀ ਤੇ ਕਦੇ ਨਹੀਂ ਆਉਂਦਾ, ਅਸਮਾਨ ਵਿੱਚ ਰਹਿੰਦਾ ਹੈ, ਬ੍ਰਹਿਮੰਡ ਵਿੱਚ। ਉਹਨੂੰ ਆਕਸੀਜਨ ਦੀ ਲੋੜ ਨਹੀਂ ਹੈ, ਸਾਹ ਦੀ ਲੋੜ ਨਹੀਂ ਹੈ ਉਹਨੂੰ। ਉਹ ਉੜਦਾ ਹੋਇਆ ਹੀ ਜਦੋਂ ਮਾਤਾ ਹਮਾਯੂ ਅੰਡਾ ਦਿੰਦੀ ਹੈ, ਕਹਿੰਦੀ ਅਸਮਾਨ ਤੋਂ ਧਰਤੀ ਵੱਲ ਆਉਂਦਾ ਗ੍ਰੈਵਿਟੀ ਕਰਕੇ, ਤੇ ਰਸਤੇ ਦੇ ਵਿੱਚ ਹੀ ਆਂਡਾ ਫੁੱਟਦਾ ਹੈ। ਤੇ ਜਦ ਨੂੰ ਆਂਡਾ ਟੁੱਟਦਾ ਹੈ, ਕਹਿੰਦੇ ਉਦੋਂ ਤੱਕ ਹਮਾਯੂ ਮਾਤਾ ਬੜੀ ਦੂਰ ਚਲੀ ਜਾਂਦੀ ਹੈ। ਉਹ ਪੰਛੀ ਜੋ ਬੱਚਾ ਸੀ, ਬੋਰਡ ਸੀ, ਉੱਡ ਕੇ ਆਪਣੀ ਮਾਂ ਨਾਲ ਮਿਲ ਜਾਂਦਾ ਹੈ। ਉਹਨੂੰ ਕਿੱਦਾਂ ਪਤਾ ਮੇਰੀ ਮਾਂ ਕਿੱਥੇ? ਅੱਜ ਜਿੱਥੇ ਜਹਾਜ਼ ਉੱਡਦੇ ਆ ਨਾ, ਇਹ ਤਾਂ ਬਹੁਤ ਛੋਟਾ ਲੱਗਦਾ, ਬਹੁਤ ਥੱਲੇ ਰਹਿ। ਇਹ ਗੱਲਾਂ ਹੋਰ ਦੇਸ਼ ਦੀਆਂ ਚੱਲਦੀਆਂ ਨੇ ਜਿਹਦੇ ਬਾਰੇ ਸਾਇੰਸ ਨਹੀਂ ਜਾਣਦੀ। ਅਸੀਂ ਤੇ ਸੈਟਰਨ ਗ੍ਰਹਿ ਤੱਕ ਪਹੁੰਚੇ ਆ ਵੀ ਫਲਾਣਾ ਸ਼ਨੀ ਗ੍ਰਹਿ ਦਾ ਚੰਦਰਮਾ ਜੀ ਸਾਡੇ ਚੰਦਰਮਾ ਤੋਂ ਇੰਨੇ 1000 ਫੁੱਟ ਕਿਲੋਮੀਟਰ ਵੱਡਾ ਹੈ। ਅਸੀਂ ਇੱਥੇ ਉਲਝੇ ਫਿਰਦੇ ਆ। ਪਰ ਗੁਰਬਾਣੀ ਨੇ ਬੜੀਆਂ ਗਹਿਰੀਆਂ ਗੱਲਾਂ ਦੱਸੀਆਂ। ਹਮਾਯੂ ਪੰਛੀ ਆਪਣੇ ਦੇਸ਼ ਰਹਿੰਦਾ ਹੈ,
ਜਿੱਦਾਂ ਏਲੀਅਨਾਂ ਦਾ ਰੌਲਾ ਪੈਂਦਾ ਨਾ ਵੀ ਉਹ ਆਪਣੀ ਧਰਤੀ ਤੇ ਆਉਂਦੇ ਆ, ਚਲੇ ਜਾਂਦੇ ਆ, ਪਲਾਂ 'ਚ ਹੀ ਜਾਂਦੇ ਆ, ਉਹਨਾਂ ਦੀ ਬੋਲੀ ਜਿਹੜੀ ਹੈ, ਬਿਰਤੀ ਜਿਹੜੀ ਹੈ ਟੈਲੀਪੈਥੀ, ਬੋਲਦੇ ਨਹੀਂ ਹੋ, ਸਾਹਮਣੇ ਖੜ ਜਾਣਗੇ, ਤੁਹਾਡੇ ਅੰਦਰ ਦੀ ਸਾਰੀ ਜਿੰਨੀ ਹੈ ਅੰਦਰ ਦੀ ਇਨਫੋਰਮੇਸ਼ਨ ਚੋਰੀ ਕਰ ਲੈਂਦੇ, ਅੱਖ ਦੇ ਹੋਰ ਨਾਲ ਭਰ ਲੈਂਦੇ, ਜਾਣ ਲੈਂਦੇ ਤੁਸੀਂ ਕੀ ਸੋਚਦੇ ਹੋ, ਕੀ ਕਰਦੇ ਹੋ, ਜਿਹਨੂੰ ਕਹਿੰਦੇ ਅੰਦਰ ਜਾਣਦਾ ਟੈਲੀਪੈਥੀ। ਪਰ ਇਹ ਤੇ ਛੋਟੀਆਂ ਗੱਲਾਂ ਨੇ, ਗੁਰਬਾਣੀ ਨੇ ਤੇ ਕਰੋੜਾਂ ਗ੍ਰਹਿਾਂ ਤੇ ਜੀਵਨ ਦਾ ਜ਼ਿਕਰ ਕੀਤਾ ਹੋਇਆ ਹੈ। ਅਸੀਂ ਜਾਣ ਸਕਦੇ, ਅਸੀਂ ਤੇ ਸੋਚਦੇ ਆ ਵੀ ਸਾਡੇ ਵਰਗੇ ਕੱਪੜੇ ਪਾਉਂਦਾ ਹੋਵੇ, ਸਾਹ ਸੂ ਲੈਂਦਾ ਹੋਵੇ ਤੇ ਤਾਂ ਜੀਵ ਹੈ। ਬੜੀ ਦੁਨੀਆ ਐਸੀ ਹੈ ਜੀ ਜਿਹਦਾ ਭੇਦ ਹੀ ਕੋਈ ਨਹੀਂ। ਹੁਣ ਰਸ਼ੀਆ ਦੇ ਜੰਗਲਾਂ ਦੀਆਂ ਬਰਫ਼ਾਂ ਨੂੰ ਚੀਰਿਆ ਗਿਆ ਨਾ, 1 ਕਿਲੋਮੀਟਰ ਜਦੋਂ ਹੇਠਾਂ ਵੇਖਿਆ ਬਰਫ਼ ਚੀਰ ਕੇ, ਬੜੇ ਹੈਰਾਨ ਹਨ, ਕਹਿੰਦੇ ਇੱਥੇ ਵੀ ਬੈਕਟੀਰੀਆ ਪਲਦਾ ਬਰਫ਼ ਦੇ ਵਿੱਚ, ਜਿੱਥੇ ਧੁੱਪ ਨਹੀਂ ਹੈ, ਜਿੱਥੇ ਛਾਂ ਨਹੀਂ ਹੈ, ਇੱਥੇ ਕਿੱਦਾਂ ਰਹਿ ਗਿਆ। ਉਹ ਬਰਫ਼ ਜਿਹੜੀਆਂ ਸਦੀਆਂ ਤੋਂ ਪਈ ਹੋਈ 1 ਕਿਲੋਮੀਟਰ ਥੱਲੇ ਜਾਣਾ ਬਰਫ਼ ਦੇ, ਕਿਹੜੀ ਧੁੱਪ ਪੈਂਦੀ ਹੈ, ਜਦ ਕਿ ਬੈਕਟੀਰੀਆ ਹਰ ਤਰ੍ਹਾਂ ਦੇ ਮੌਸਮ ਵਿੱਚ ਰਹਿ ਸਕਦਾ, ਪਰ ਇਹੋ ਜਿਹੀ ਬਰਫ਼ ਦੇ ਵਿੱਚ ਉਹਦੇ ਵੀ ਜਿਉਂਦਾ। ਰੱਬ ਦੀਆਂ ਖੇਡਾਂ ਨੇ। ਗੁਰਬਾਣੀ ਨੇ ਲਿਖਿਆ, ਸੈਲ ਪੱਥਰ ਮੈਂ ਜੰਤਿਉ ਪਾਏ ਤਾਕਾ ਰਿਜ਼ਕ ਆਗਿਆ ਕਰ ਦਰਿਆ। ਕਹਿੰਦੇ ਪੱਥਰਾਂ ਵਿੱਚ ਵੀ ਜੀਵ ਕੀੜੇ ਪੈਦਾ ਕੀਤੇ, ਰਿਜ਼ਕ ਅੱਗੇ ਦਿੱਤਾ ਹੋਇਆ। ਇਹ ਰੱਬ ਦੀਆਂ ਗੱਲਾਂ ਨੇ। ਕੁਦਰਤ ਰੱਬ ਦਾ ਰੂਪ ਹੈ, ਪਰ ਕੁਦਰਤ ਰੱਬ ਨਹੀਂ ਹੈ। ਅੱਜ ਭਲੇਖਾ ਪਾਇਆ ਜਾਂਦਾ, ਕਹਿੰਦੇ ਕੁਦਰਤ ਰੱਬ ਨਹੀਂ, ਕੁਦਰਤ ਕਰਕੇ ਵਸਿਆ ਸੋਏ। ਬਾਣੀ ਕਹਿੰਦੀ ਕੁਦਰਤ ਬਣਾ ਕੇ ਵਿੱਚ ਆਪ ਵਸਿਆ ਹੋਇਆ, ਕੁਦਰਤ ਰੱਬ ਨਹੀਂ ਹੈ। ਤਾਂ ਹੀ ਕਹਿੰਦੇ ਬਲਿਹਾਰੀ ਕੁਦਰਤ ਵਸਿਆ, ਪਰ ਕਹਿੰਦੇ ਤੂੰ ਕੁਦਰਤ ਕਰਕੇ ਵਸਿਆ ਹੋਇਆ, ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਥੋੜਾ ਜਾਣਿਆ ਜਾ ਸਕਦਾ, ਕੁਦਰਤ ਬਾਰੇ ਕੋਈ ਜਾਣ ਸਕਦਾ, ਤੇਰੇ ਅੰਤ ਨੂੰ ਕੌਣ ਜਾਣੇ, ਤੂੰ ਬੇਅੰਤ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਮਾਯੂ ਪੰਛੀ ਦਾ ਖੰਭ ਜਦ ਕਿਸੇ ਤੀਰ ਉਹਦੇ ਲੱਗ ਜਾਂਦਾ ਹੈ, ਕਹਿੰਦੇ ਹਮਾਯੂ ਹੈ ਗੁਰੂ ਕੀ ਬਾਣੀ, ਤੁਰ ਕੀ ਬਾਣੀ। ਕਹਿੰਦੇ ਉਸ ਖੰਭ ਦੀ ਇੱਕ ਪਾਵਰ ਹੈ, ਜਿਹੜੀ ਚੀਜ਼ ਨਾਲ ਲੱਗੇ ਆਪਣੇ ਦੇਸ਼ ਲੈ ਜਾਂਦਾ ਏ। ਪਰ ਕੇ ਬਲ ਕਰ ਹੋਤ ਉਡਾਊ, ਪਹੁੰਚੇ ਸੋਜਹਿ ਦੇਸ਼ ਹਮਾਊ। ਸਤਿਗੁਰ ਕਹਿੰਦੇ ਭਾਵੇਂ ਤੀਰ ਲੋਹੇ ਦਾ ਹੋਵੇ, ਲੱਕੜ ਦਾ ਹੋਵੇ, ਜਦ ਕਮਾਨ ਉੱਤੇ ਚੜਾਇਆ ਜਾਂਦਾ ਹੈ, ਉਸ ਤੀਰ ਪਿੱਛੇ ਹਮਾਯੂ ਪੰਛੀ ਦਾ ਖੰਭ ਲੱਗ ਜੇ, ਛੱਡਿਆ ਜਾਏ ਵਗੜ ਤੋਂ, ਕਹਿੰਦੇ ਆਪਣੇ ਦੇਸ਼ ਲੈ ਜਾਂਦਾ ਤੀਰ ਨੂੰ। ਹਮਾਯੂ ਪੰਛੀ ਦਾ ਖੰਭ 'ਚ ਇੰਨੀ ਪਾਵਰ, ਜੇ ਖੰਭ ਵਿੱਚ ਇੰਨੀ ਤਾਕਤ ਹੈ ਤੇ ਹਮਾਯੂ ਪੰਛੀ ਵਿੱਚ ਕਿੰਨੀ ਹੋਣੀ। ਜਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਨੰਦਪੁਰ ਦੀ ਧਰਤੀ ਤੇ ਬੈਠੇ ਸੀ, ਆਪ ਜੀ ਨੇ ਪਿਛਲੀ ਕਥਾ 'ਚ ਸੁਣਿਆ, ਸ਼ਾਇਦ ਮਾੜਾ ਮੋਟਾ ਯਾਦ ਹੋਵੇ। ਇੱਕ ਦਿਨ ਨਾਰਦ ਮੁਨੀ ਆਇਆ, ਲਿਆ ਕੇ ਸਤਿਗੁਰਾਂ ਨੂੰ ਖੰਭ ਭੇਟਾ ਕਰਤੇ। ਮਹਾਰਾਜ ਨੇ ਤੀਰਾਂ ਤੇ ਚੜਾ ਕੇ ਛੱਡ ਦਿੱਤੇ। ਕਹਿੰਦੇ ਸਿੰਘਾਂ ਨੂੰ ਕਹਿਤਾ ਤੀਰ ਲੈ ਕੇ, ਉਹ ਲੱਭੇ ਨਹੀਂ। ਕਹਿੰਦੇ ਮਹਾਰਾਜ ਤੀਰ ਕਿੱਥੇ? ਮਹਾਰਾਜ ਕਹਿੰਦੇ ਆਪਣੇ ਦੇਸ਼ ਲੈ ਕੇ ਖੰਭ। ਅੱਜ ਗੁਰੂ ਸਾਹਿਬ ਪ੍ਰਮਾਣ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਬੁਲਾਰ ਜੀ ਨੂੰ, ਕਹਿੰਦੇ ਜਿਵੇਂ ਉਹਨਾਂ ਖੰਭਾਂ ਨੇ ਭਾਵੇਂ ਮੈਟਲ ਦੇ ਤੀਰ, ਲੋਹੇ ਦੇ ਤੀਰ ਸਨ, ਮੈਟਲ ਬ੍ਰਹਿਮੰਡ ਵਿੱਚ ਜਾ ਰਹੀ ਹੈ, ਕਿੰਨੇ ਰੌਕਟ ਜਾ ਰਹੇ ਆ, ਕਿੰਨੇ ਸੈਟੇਲਾਈਟ ਜਾ ਰਹੇ ਆ, ਡਿੱਗਦਾ ਕੋਈ ਉਹਨਾਂ ਤੋਂ ਅਰਬਾਂ ਖਰਬਾਂ ਟਨਾਂ ਦਾ ਭਾਰ ਆ ਉਹਨਾਂ ਚੋਂ। ISS ਵਰਗੇ ਗ੍ਰਹਿ ਤੁਰੇ ਫਿਰਦੇ ਅਸਮਾਨ ਦੇ ਵਿੱਚ, ਜਿਹੜੇ 7 ਸੈਕਿੰਡ ਦੇ ਵਿੱਚ 41 ਕਿਲੋਮੀਟਰ ਦੀ ਸਪੀਡ ਕੱਢ ਜਾਂਦੇ ਆ, ਉੱਡ ਰਹੇ ਆ। ਡਿੱਗਦੇ ਕਿਉਂ ਨਹੀਂ? ਕਿਉਂਕਿ ਗ੍ਰੈਵਿਟੀ ਨਹੀਂ ਹੈ। ਗ੍ਰੈਵਿਟੀ ਉੱਥੇ ਖਤਮ ਕਿਹਨੇ ਕੀਤੀ? ਪਰਮਾਤਮਾ ਨੇ। ਉਹ ਆਪ ਉਸ ਬ੍ਰਹਿਮੰਡ ਵਿੱਚ ਵਰਤਦਾ ਹੈ। ਬੜੇ ਕ੍ਰਿਸ਼ਮੇ ਹੋ ਰਹੇ ਆ, ਮਨੁੱਖ ਵੇਖ ਅਚਰਜ ਹੈ, ਹੈਰਾਨ ਹੈ। ਪਰ ਮਰਦ ਕਹਿੰਦੇ ਇਹ ਖੰਭ ਪੰਛੀ ਦੇ ਤੀਰ ਨੂੰ ਲੈ ਜਾਂਦੇ ਆ। ਜਦ ਤੀਰ ਅਸਮਾਨ ਵਿੱਚ ਜਾਂਦਾ ਹੈ, ਅਸਮਾਨ ਨੂੰ ਪਾਰ ਕਰਕੇ ਉਸ ਦੇਸ਼ ਪੁੱਜ ਜਾਂਦਾ ਏ। ਬੋਹਰ ਨਾ ਆਏ ਪਰੈ ਕਬ ਧਰਨੀ, ਤੈਸੀ ਰੀਤ ਨਾਮ ਕੀ ਬਰਨੀ। ਰਾਏ ਬੁਲਾਰ ਜੀ, ਜਿਵੇਂ ਮੁੜ ਕੇ ਉਹ ਤੀਰ ਕਦੇ ਧਰਤੀ ਤੇ ਵਾਪਸ ਨਹੀਂ ਆਉਂਦੇ। ਕਹਿੰਦੇ ਗੁਰਬਾਣੀ ਅਤੇ ਸਿਮਰਨ ਇਹ ਬੰਦਗੀ ਮਨੁੱਖ ਨੂੰ ਆਪਣੇ ਦੇਸ਼ ਸੱਚਖੰਡ ਲੈ ਜਾਂਦੀ, ਮੁੜ ਜੰਮਦਾ ਮਰਦਾ ਧਰਤੀ ਤੇ ਨਹੀਂ ਆਉਂਦਾ। ਆਖੋ ਸਤਿਨਾਮ। ਬਾਣੀ ਕਿਹੜੇ ਦੇਸ਼ ਤੋਂ ਆਈ ਹੈ ਜੀ? ਸੱਚਖੰਡ ਵਸੈ ਨਿਰੰਕਾਰ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਵਟਾਈ। ਇਹ ਤੇ ਧੁਰ ਤੋਂ ਆਈ। ਧੁਰ ਕਿਹਨੂੰ ਕਹਿੰਦੇ ਆ? ਮਰਦ ਕਹਿੰਦੇ ਇਹ ਉਹ ਦਰਗਾਹ ਏ ਜਿੱਥੇ ਅਕਾਲ ਪੁਰਖ ਆਪ ਵਸਦਾ ਹੈ, ਜਿੱਥੇ ਕਰਤਾ ਵਸਦਾ ਹੈ, ਜਿੱਥੇ ਪਰਮੇਸ਼ਵਰ ਬੈਠੇ ਨੇ, ਪਾਰ ਬ੍ਰਹਮ ਬੈਠੇ ਆ। ਕਹਿੰਦੇ ਉਸ ਦੇਸ਼ ਦੀ ਬਾਣੀ ਹੈ। ਇਸੇ ਕਰਕੇ ਬਾਣੀ ਨੂੰ ਕਹਿਣਾ ਪਿਆ ਇਹ ਬਾਣੀ ਮਹਾਂਪੁਰਖ ਕੀ, ਮਹਾਂਪੁਰਖਾਂ ਦੀ ਬਾਣੀ ਹੈ। ਨਿਜ ਘਰ ਵਾਸਾ ਹੋਏ।
ਇਸ ਬਾਣੀ ਨੂੰ ਪੜਿਆ, ਨਾਮ ਨੂੰ ਜਪਿਆ, ਨਿਜ ਘਰ ਵਿੱਚ ਵਾਸਾ ਹੋ ਗਿਆ। ਨਿਜ ਘਰ ਸੱਚਖੰਡ, ਆਪਣਾ ਸਰੂਪ ਕਿਹੜਾ? ਰੱਬ ਦਾ ਸਰੂਪ, ਉਹ ਚ ਸਮਾ ਜਾਂਦੇ। ਰਾਏ ਬੁਲਾਰ ਜੀ ਨੇ ਸੁਣ ਕੇ ਹੱਥ ਜੋੜ ਲਏ। ਸਤਿਗੁਰ ਕਹਿੰਦੇ ਇਹ ਨਾਮ ਨਾਮੀ ਨੂੰ ਆਪਣੇ ਦੇਸ਼ ਲੈ ਜਾਂਦਾ ਏ। ਇੱਕ ਚਿਤ ਸਿਮਰੈ ਜੇ ਜਨ ਰਾਤੀ, ਛੁਟੇ ਦੇਤੇ ਹੋਏ ਸੰਗਤੀ। ਭਾਈ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਜਪੋਗੇ, ਦਿਨ ਰਾਤ ਜਪੋਗੇ ਰਾਏ ਬੁਲਾਰ ਜੀ, ਸਰੀਰ ਛੁੱਟ ਜਾਏਗਾ। ਕਿਵੇਂ? ਮੌਤ ਕਰਕੇ ਨਹੀਂ। ਬੰਦਗੀ ਵਾਲੇ ਇੱਥੇ ਬੈਠੇ ਬੈਠੇ, ਜਿਸ ਕੰਟਰੀ ਦੀ ਤੇ ਗੱਲ ਛੱਡੋ, ਬੜੀਆਂ ਛੋਟੀਆਂ ਨੇ, ਜਿਸ ਖੰਡ ਬ੍ਰਹਿਮੰਡ ਦੀ ਗੱਲ ਕਰੋਗੇ, ਇੱਕ ਅੱਖ ਦੇ ਫਰਕੇ ਵਿੱਚ ਬੜੇ ਹੋਣਗੇ। ਨੈਨੋ ਸੈਕਿੰਡ ਬਹੁਤ ਵੱਡੇ ਆ। ਨੈਨੋ ਤੋਂ ਅੱਗੇ ਮਾਈਕਰੋ ਤੇ ਆ ਜਾਓ, ਜਦੋਂ ਥੱਲੇ ਨੂੰ ਜਾਈਏ ਨਾ, ਸੈਕਿੰਡ ਤੋਂ ਛੋਟੀਆਂ ਗਿਣਤੀਆਂ, ਉਹ ਵੀ ਬਹੁਤ ਛੋਟੇ ਆ। 1000 ਗੁਣਾ ਮਾਈਕਰੋ ਤੇ ਜਦੋਂ ਚਲਿਆ ਜਾਂਦਾ ਹੈ, ਉਹ ਤੋਂ ਵੀ ਛੋਟਾ ਸੈਕਿੰਡ। ਕਹਿੰਦੇ ਉਹਨਾਂ ਪਲਾਂ ਦੇ ਵਿੱਚ ਅੱਖ ਦੇ ਫੋਰਾਂ ਤੋਂ ਵੀ ਥੋੜੀ ਗਿਣਤੀ ਵਿੱਚ ਉਹ ਧਰਤੀ ਤੇ ਵਾਪਸ ਆ ਜਾਂਦੇ ਹੁੰਦੇ। ਸਰੀਰ ਕਰਕੇ ਬੈਠੇ ਇੱਥੇ ਨੇ, ਗੱਲਾਂ ਇੱਥੇ ਕਰਦੇ ਆ, ਪਰ ਕਹਿੰਦੇ ਉਹ ਨਾਮ ਜਪਣ ਵਾਲੇ, ਨਾਮ ਦਾ ਰੂਪ ਜਦੋਂ ਹੋ ਜਾਂਦੇ, ਫਿਰ ਉਹਨਾਂ ਨੂੰ ਕਿਹਾ ਜਾਂਦਾ ਦਰਗਾਹ ਦੇ ਵਿਚੋਲੇ, ਦਰਗਾਹ ਕਾ ਵਸੀਲ, ਵਕੀਲ ਬਣ ਜਾਂਦੇ ਦਰਗਾਹ ਦੇ। ਕੌਣ ਬਣਦੇ ਆ ਜੀ? ਜਿਹੜੇ ਬੰਦਗੀ ਕਰਦੇ ਆ। ਕਰਨੀ ਕਿਵੇਂ ਹੈ? ਦਿਨ ਰਾਤ ਕਰਨੀ ਹੈ, ਕਿਸੇ ਵਿਸ਼ੇਸ਼ ਤਰੀਕੇ ਨਾਲ ਨਹੀਂ ਕਰਨੀ। ਬੰਦਗੀ ਕਰਨੀ ਆ, ਉੱਠਦੇ ਬਹਿੰਦੇ ਆ, ਸੌਂਦੇ ਆ, ਜਾਗਦੇ ਆ, ਤੁਰਦੇ ਆ, ਫਿਰਦੇ ਆ। ਜਦੋਂ ਜਪਣ ਲੱਗ ਜਾਗੇ, ਜਪਦੇ ਆ, ਕਹਿੰਦੇ ਉਹ ਸਰੀਰ ਤੋਂ ਫਿਰ ਹਿਰਦੇ ਚਾਲੂਗੀ। ਪਰਾ ਪਸੰਤੀ ਮੱਧਮਾ, ਇਹ ਬੈਖਰੀ ਅਵਸਥਾਵਾਂ ਨੇ। ਜਦੋਂ ਸਿਮਰਨ ਧੁਨੀ ਤੱਕ ਪਹੁੰਚ ਜਾਂਦਾ ਨਾ, ਫਿਰ ਬੋਲਣ ਦੀ ਲੋੜ ਨਹੀਂ ਪੈਂਦੀ। ਉੱਥੇ ਬ੍ਰਹਮ ਗਿਆਨ ਦੀ ਅਵਸਥਾ ਏ। ਕਹਿੰਦੇ ਰੋਮ ਰੋਮ ਦੇ ਵਿੱਚੋਂ ਸੱਜਣ ਦੇ ਵਾਸ ਦੀ ਆਵਾਜ਼ ਆਉਂਦੀ ਹੈ, ਤੇ ਮੇਰੇ ਵਰਗਾ ਵਾਹਿਗੁਰੂ ਵਾਹਿਗੁਰੂ ਕਰਦਾ ਵਾਸੀਆਂ ਮਾਰਦਾ ਸਤਿਨਾਮ। ਵੇਖ ਲਓ ਕਿਤੇ 5 ਮਿੰਟ ਕਰਾ ਕੇ ਵੱਡੀਆਂ ਬਘਿਆੜ ਵਾਸੀਆਂ ਚੱਲਦੀਆਂ ਹੁੰਦੀ ਵੀ ਚਾਹ ਪਿਲਾਓ ਬਾਈ ਇਹਨਾਂ ਨੂੰ। ਸਾਡੀ ਤੇ ਗਰਦੀ ਇੱਥੇ ਖੜੀ ਹੈ, ਪਰ ਰੱਬ ਦੇ ਪਿਆਰੇ ਜਿਨ੍ਹਾਂ ਤੇ ਕਿਰਪਾ ਹੋ ਗਈ, ਰੋਮ ਰੋਮ ਚੋਂ ਆਵਾਜ਼ ਆਉਂਦੀ, ਉਹ ਭਾਵੇਂ ਜ਼ੁਬਾਨ ਨਾਲ ਗੱਲਾਂ ਕਰੀ ਜਾਂਦੇ ਆ, ਸੁਰਤ ਚ ਸਿਮਰਨ ਚ। ਮਰਦ ਕਹਿੰਦੇ ਰਾਏ ਬੁਲਾ ਰਹੇ ਸੀ, ਕਿਰਪਾ ਹੋ ਜਾਏਗੀ, ਤੁਹਾਡੀ ਸੁਰਤ ਇੱਥੇ ਰਹਿੰਦੇ ਆ, ਦਰਗਾਹ ਚ ਰਹੇਗੀ। ਤੇ ਆਪਾਂ ਗੁਰਦੁਆਰੇ ਬੈਠਿਆਂ ਵੀ ਘਰੇ ਫਿਰਦੇ ਹੁੰਦੇ ਆ ਸਤਿਨਾਮ। ਕੋਈ ਕੁਝ ਸੋਚੀ ਜਾਂਦਾ ਹੈ, ਕੋਈ ਕੁਝ ਸੋਚਦਾ ਹੈ, ਕਿਸੇ ਦੀ ਸੁਰਤ ਕਿੱਥੇ ਹੈ? ਕਿੰਨਾ ਔਖਾ ਕੰਮ ਹੈ। ਸੌਖਾ ਕੋਈ ਨਾਮ ਜਪਣਾ? ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜਪਿਆ ਜਾ ਸਕਦਾ। ਵੱਡੇ ਨਾਮ ਜਪਣ ਆਏ, ਜਪਾਉਣ ਆਏ, ਜਦੋਂ ਤੱਕ ਸਤਿਗੁਰ ਦੀ ਕਿਰਪਾ ਨਹੀਂ ਹੁੰਦੀ, ਇੱਕ ਪਲ ਵੀ ਨਹੀਂ ਜਪਿਆ ਜਾ ਸਕਦਾ। ਬਾਣੀ ਕਹਿੰਦੀ ਆਖਣ ਔਖਾ ਸਾਚਾ ਨਾਮ। ਸੱਚਾ ਨਾਮ ਆਖਣਾ ਕਹਿਣਾ ਬਹੁਤ ਔਖਾ ਹੈ। ਤੇ ਮੇਰੇ ਵਰਗਾ 5 ਮਿੰਟ ਜਪਾ ਕੇ ਕਹਿੰਦਾ ਹੋ ਗਈ ਕਿਰਪਾ, ਨਹੀਂ। ਜਿੱਦਣ ਦੀ ਕਿਰਪਾ ਹੋ ਗਈ, ਫਿਰ ਤੇ 5 ਮਿੰਟਾਂ ਦੀ ਗੱਲ ਛੱਡੋ, ਹੋ ਸਕਦਾ ਇੱਕ ਵਾਰ ਵਾਹਿਗੁਰੂ ਕਿਹਾ ਹੀ ਜੀਵਨ ਦਾ ਉਧਾਰ ਹੋ ਜਾਏ। ਆਖੋ ਸਤਿਨਾਮ। ਬਾਣੀ ਨੂੰ ਕਹਿਣਾ ਪਿਆ ਏਕ ਚਿਤ ਜਿਹੇ ਏਕ ਛਿਨ ਧਿਆਇਓ, ਕਾਲ ਵਾਸ ਕੇ ਬੀਜ ਨ ਆਇਓ। ਜਿਨ੍ਹਾਂ ਨੇ ਇੱਕ ਚਿਤ ਇੱਕ ਛਿਨ ਪਰਮਾਤਮਾ ਦਾ ਨਾਮ ਜਪਿਆ, ਕਹਿੰਦੇ ਜੰਮ ਦੀ ਕਾਲ ਵਾਹੀ ਨਹੀਂ ਹੋਵੇ, ਬਚ ਜਾਂਦੇ ਨੇ। ਸਤਿਗੁਰਾਂ ਉਪਦੇਸ਼ ਦਿੱਤਾ ਜੇ ਰਾਏ ਬੁਲਾਰ ਜੀ ਨੂੰ, ਕਹਿੰਦੇ ਰਾਏ ਬੁਲਾਰ ਸਾਹਿਬ ਨਿਰੰਕਾਰ ਇੱਕੋ ਹੀ ਹੈ। ਇਹਨਾਂ ਧਰਮਾਂ ਚ ਨਾ ਪਾਓ ਰਾਮ ਜੀ ਕੌਣ ਨੇ, ਕ੍ਰਿਸ਼ਨ ਜੀ ਕੌਣ ਨੇ, ਅੱਲਾਹ ਕੌਣ ਹੈ, ਵਾਹਿਗੁਰੂ ਕੌਣ ਹੈ। ਆਹ ਤੇ ਸੰਸਾਰ ਦੀਆਂ ਵੰਡੀਆਂ ਨੇ, ਰੱਬ ਇੱਕੋ ਹੀ ਹੈ, ਜਿਹਨੂੰ ਬਾਣੀ ਨੇ ਇੱਕ ਓੰਕਾਰ ਕਿਹਾ। ਕਹਿੰਦੇ ਰੋਜ਼ ਅਸੀਂ ਫੜਦੇ ਰੋਜ਼ ਆ, ਪਰ ਸਾਨੂੰ ਮੰਦਰ ਵੇਖ ਨਫ਼ਰਤ ਹੁੰਦੀ ਹੈ, ਮਸਜਿਦ ਵੇਖ ਨਫ਼ਰਤ ਹੁੰਦੀ ਹੈ। ਚਲੋ ਇਹ ਤੇ ਬੜੀ ਦੂਰ ਦੀਆਂ ਗੱਲਾਂ, ਮੰਦਰ ਮਸਜਿਦ। ਇੱਥੇ ਤੇ ਗੁਰਦੁਆਰਾ ਕਿਸੇ ਹੋਰ ਦਾ ਹੋਵੇ, ਮਤਲਬ ਕਿਸੇ ਸਾਧ ਦਾ ਹੋਵੇ, ਕਿਸੇ ਡੇਰੇ ਵਾਲੇ ਦਾ ਹੋਵੇ, ਅਸੀਂ ਤੇ ਨਫ਼ਰਤ ਦੇ ਮਾਰੇ ਉੱਥੇ ਨਹੀਂ ਜਾਂਦੇ। ਨਾ ਜੀ ਨਾ, ਅਸੀਂ ਕੀ ਕਰਨ ਜਾਣਾ, ਡੇਰਾ ਹੈ ਬਸ। ਫੇਰ ਤੇ ਤੂੰ ਡੇਰਾ ਛੱਡ, ਤੇਰੀਆਂ ਤੇ ਜੜਾਂ ਹੀ ਬੈਠੀਆਂ। ਸਤਿਨਾਮ। ਤੂੰ ਤੇ ਰੱਬ ਨੂੰ ਇੱਕ ਨਹੀਂ ਮੰਨਦਾ, ਗੁਰੂ ਘਰਾਂ ਨੂੰ ਇੱਕ ਨਹੀਂ ਮੰਨਦਾ। ਤੇਰੀ ਸੁਰਤ ਵਿੱਚ ਤੇ ਗੁਰਦੁਆਰਾ ਵੱਡਾ ਛੋਟਾ ਹੈ, ਤੇ ਤੂੰ ਕਿਹੜੀਆਂ ਗੱਲਾਂ ਕਰਦੇ ਸਿੱਖੀਆਂ? ਭਲਿਆ ਨਿਕਲ ਇਹਨਾਂ ਚੀਜ਼ਾਂ ਤੋਂ। ਸਤਿਗੁਰੂ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਇੱਕ ਹੈ, ਕਹਿਣ ਨਾਲ ਇੱਕ ਨਹੀਂ ਹੈ, ਮੰਨਣ ਨਾਲ ਇੱਕ ਹੈ। ਮੰਨਣਾ ਪੈਣਾ ਹੈ। ਰਾਏ ਬੁਲਾਰ ਜੀ ਨੂੰ ਸਪਸ਼ਟ ਉਪਦੇਸ਼ ਮਹਾਰਾਜ ਨੇ ਦੇ ਦਿੱਤਾ, ਕਹਿੰਦੇ ਨਾਮ ਜਪੀ ਚਲੋ, ਨਾਮ ਜਪੀ ਚਲੋ, ਜਪੀਆਂ ਹੀ ਕਿਰਪਾ ਹੋਣੀ ਹੈ। ਕਿਸੇ ਦਾ ਜਪਿਆ ਤੁਹਾਨੂੰ ਨਹੀਂ ਤਾਰ ਸਕਦਾ, ਮਤ ਵਹਿਮ ਚ ਰਹੋ। ਕਿਸੇ ਦਾ ਕੀਤਾ ਹੋਇਆ ਪਾਠ, ਮੰਨ ਲਓ ਵੀ ਮੈਂ ਨਿਤਨੇਮ ਨਹੀਂ ਕੀਤਾ, ਮੇਰੀ ਰਹਿਰਾਸ ਤੂੰ ਕਰਦੇ ਯਾਰ, ਉਤਾਰ ਦੂਗੀ? ਨਹੀਂ, ਤਾਰੂਗੀ ਤਾਂ ਜੇ ਕੋਲ ਬਹਿ ਕੇ ਸੁਣੇਗਾ। ਮਹਾਰਾਜ ਕਿਤੇ ਸੁਣਨ ਦੀ ਗੱਲ ਕਰਦੇ,
ਜਪਣ ਦੀ ਗੱਲ ਕਰਦੇ ਆ ਭਾਈ, ਆਪ ਜਪਣਾ ਪੈਣਾ ਹੈ। ਜੇ ਤੇ ਤੁਹਾਡੀ ਰੋਟੀ ਖਾਧੀ ਸਾਡੇ ਤੇ ਅਸਰ ਕਰਦੀ ਹੈ ਫਿਰ ਤੇ ਨਾਮ ਵੀ ਕਰੂਗਾ। ਜੇ ਤੁਹਾਡਾ ਪੀਤਾ ਹੋਇਆ ਪਾਣੀ ਸਾਡੀ ਪਿਆਸ ਦੂਰ ਕਰਦਾ ਫਿਰ ਨਾਮ ਵੀ ਕਰੂਗਾ। ਪਰ ਹਾਂ, ਅਵਸਥਾ ਕਰਕੇ, ਸ਼ਰਧਾ ਕਰਕੇ ਕੋਈ ਜਪਦਾ, ਕੋਲ ਵੇ ਕੇ ਜਪ ਲੈ, ਜੀਵਨ ਉੱਚਾ ਹੋ ਜਾਊਗਾ। ਕਿਸੇ ਨੇ ਨਾਮ ਸੁਣਾਇਆ, ਤੂੰ ਬਹਿ ਕੇ ਸੁਣਿਆ, ਕਿਸੇ ਨੇ ਕੀਰਤਨ ਵਿੱਚ, ਕਥਾ ਵਿੱਚ ਉਹਦੀ ਉਪਮਾ ਕੀਤੀ, ਤੂੰ ਸੁਣੀ, ਤੈਨੂੰ ਉਹ ਤਾਰ ਜਾਏਗੀ। ਜੇ ਤੂੰ ਆਖੇ ਵੀ ਭਾਈ ਸਾਹਿਬ ਪਾਠ ਤੁਸੀਂ ਕਰੀ ਚੱਲੋ, ਫਲ ਮੈਨੂੰ ਦੇ ਦਿਓ, ਸੇਵਾ ਮੇਰੀ ਤੁਸੀਂ ਕਰਦੇ ਹੋ, ਫਲ ਮੈਨੂੰ ਦੇ ਦਿਓ, ਨਾ ਭਾਈ, ਆਪ ਕਰਨਾ ਪੈਣਾ, ਆਪ ਸਿਮਰਨ ਕਰਨਾ ਪੈਣਾ, ਆਪ ਚੌਂਕੜਾ ਲਾਉਣਾ ਪੈਣਾ। ਇਹ ਨਹੀਂ ਆ ਵੀ 3 ਘੰਟੇ ਮੈਂ ਸਿਮਰਨ ਕਰਾਂ ਤੇ ਫਲ ਤੁਹਾਨੂੰ ਮਿਲ ਜੂ, ਤਾਂ ਮਿਲੂਗਾ ਜੇ ਕੋਲ ਬਹਿ ਕੇ ਸੁਣੋਗੇ, ਜਪੋਗੇ। ਗੁਰੂ ਸਾਹਿਬ ਕਹਿੰਦੇ ਰਾਏ ਬੁਲਾਰ ਜੀ ਜਪਣਾ ਪੈਣਾ, ਜਪੋ ਨਾ। ਜਪਦੇ ਸੀ। ਜੇ ਹੁਣ ਉਹ ਆਖਣ ਮਰ ਜਾ ਮੈਂ ਤੇ ਬੁੜਾ ਹੋ ਗਿਆ ਜੀ, ਮੈਥੋਂ ਨਹੀਂ ਜਪਿਆ ਜਾਂਦਾ, ਆਹ ਦੁਨੀਆ ਦੇ ਕੰਮ ਨੇ। ਜਵਾਨੀ 'ਚ ਕਿਸੇ ਨੂੰ ਕਹਿੰਦੇ ਅਮਰ ਛਕ ਲੱਗਦਾ, ਨਾ ਨਾ ਬੜੀ ਉਮਰ ਪਈ ਹੈ, ਬੱਚੇ ਕਰੋ ਵਾਲੇ। ਬੁਢਾਪੇ ਜਾ ਕੇ ਕਹਿੰਦੇ ਹੁਣ ਤੇ ਰੱਖਿਆ ਨਹੀਂ ਜਾਣਾ ਜੀ, ਤੁਰਿਆ ਨਹੀਂ ਜਾਂਦਾ। ਤੇ ਪਰ ਜੇ ਕਬਰਾਂ ਵਿੱਚ ਲੱਤਾਂ ਪਈਆਂ ਨੇ, ਨੱਚਣ ਨੂੰ ਤੇ ਹਜੇ ਵੀ ਨਹੀਂ ਹਟਦਾ। ਪਤਾ ਲੱਗੇ ਫਲਾਣੇ ਦਾ ਵਿਆਹ ਸਭ ਤੋਂ ਅੱਗੇ ਹੁੰਦਾ। ਅਜੇ ਨੌਜਵਾਨ ਆਖੂ ਛੱਡੋ ਜੀ, ਸੰਗ ਲੱਗਦੀ ਕਿਆ ਨੱਚਣ ਲੈ, ਬੁੜਿਆਂ ਨੂੰ ਅੱਗੇ ਕਰਕੇ ਵੇਖੋ, ਕਹਿੰਦੇ ਯਾਰ ਲਾ ਗੀਤ ਫਿਰ ਬਾਬੇ ਭਗੜਾ ਪਾਉਂਦੇ। ਆਹ ਹਾਲਤ ਆ ਸਾਡੀ ਤੇ। ਉਦੋਂ ਅਸੀਂ ਤਿਆਰ ਕਿਉਂ? ਕਿਉਂਕਿ ਵਿਕਾਰ ਸਾਡੇ ਸਿਰ ਚੜ੍ਹ ਬੋਲਦੇ ਆ, ਸਾਡੇ ਮਨ ਦੇ ਸੰਸਕਾਰ ਵਿਕਾਰਾਂ ਨਾਲ ਭਰੇ ਹੋਏ ਆ, ਇਸ ਲਈ ਚੰਗੇ ਲੱਗਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਰਾਏ ਬੁਲਾਰ ਜੀਓ, ਪਰਮਾਤਮਾ ਦੀ ਬੰਦਗੀ ਵਿੱਚ 8 ਪਹਿਰ ਜੁੜੋ। ਜਹ ਨਾਮੀ ਕੋ ਦੇਸ਼ ਸੁਹਾਵਨ, ਤਹਾਂ ਕਰੇ ਬਿਨ ਬਿਲਮ ਪੁਰਾਵਨ। ਹੁਣ ਨਾਮੀ ਦਾ ਦੇਸ਼ ਕਿਹੜਾ ਹੈ? ਨਾਮ ਦਾ ਦੇਸ਼ ਸੱਚਖੰਡ। ਕਹਿੰਦੇ ਉਹ ਨਾਮ ਆਪਣੇ ਨਾਲ ਜੁੜਿਆ, ਨਾਮੀ ਉਹਨੂੰ ਕਹਿੰਦੇ ਜਿਹੜਾ ਨਾਮ ਜਪਦਾ ਹੋਵੇ, ਕਹਿੰਦੇ ਉੱਥੇ ਹੀ ਲੈ ਜਾਂਦਾ ਹੈ। ਤੇ ਜਿਉਂਦੇ ਜੀ ਜਾਂਦੇ ਆ, ਉਹ ਜਿਉਂਦੇ ਜੀ ਆਨੰਦ ਚ ਰਹਿੰਦੇ ਆ। ਮੇਰੇ ਵਰਗਾ ਸਾਰੀ ਜ਼ਿੰਦਗੀ ਤੇ ਕਲਪਦਾ ਫਿਰਦਾ, ਲੋਕਾਂ ਨਾਲ ਲੜਦਾ ਫਿਰਦਾ, ਆਖੇ ਕਿ ਜਦੋਂ ਮੈਂ ਮਰ ਗਿਆ ਨਾ, ਮੈਂ ਇੰਨੇ ਦਾਨ ਪੁੰਨ ਕਰੇ ਹੋਏ, ਮੈਨੂੰ ਤੇ ਮਰ ਜਾ ਸੱਚਖੰਡ ਚ ਰੱਖੋ, ਤੈਨੂੰ ਗੁਰੂ ਗੁਰਦੁਆਰੇ ਨਹੀਂ ਬਹਿਣ ਦਿੰਦਾ ਵੀ ਤੂੰ ਈਰਖਾ ਦਾ ਭਰਿਆ, ਤੇਰੇ ਪੱਲੇ ਕੱਖ ਨਹੀਂ, ਤੂੰ ਇੱਥੇ ਵੀ ਲੋਕਾਂ ਨੂੰ ਟਿਕਣ ਨਹੀਂ ਦਿੰਦਾ, ਤੈਨੂੰ ਸੱਚਖੰਡ ਕੋਲੋਂ ਬਿਠਾ ਲੂਗਾ। ਜਿਉਂਦਾ ਜੀ ਸੱਚਖੰਡ ਵਿੱਚ ਜਾ। ਰੱਬ ਦੇ ਪਿਆਰੇ ਜੀਵਨ ਮੁਕਤ ਨੇ। ਜੀਵਨ ਮੁਕਤ ਨੂੰ ਕਹਿੰਦੇ ਜਿਉਂਦੇ ਜੀ ਵਿਕਾਰਾਂ ਤੋਂ ਮੁਕਤ ਹੋਣਾ। ਮਰ ਕੇ ਕਿਹਨੇ ਮੁਕਤੀ ਵੇਖੀ ਹੈ? ਗੁਰਮੁਖ ਤੇ ਇੱਥੇ ਗੱਲ ਕਰਦੀ ਹੈ। ਜੇ ਮਰਿਆਂ ਤੋਂ ਮੁਕਤੀ ਮਿਲਦੀ ਸੀ ਫਿਰ ਪੰਡਤ ਸਿਰ ਕਰਵੱਤ ਧਰਾਏ। ਭਗਤ ਕਬੀਰ ਨੇ ਵੀ ਜ਼ਿਕਰ ਕੀਤਾ, ਕਹਿੰਦੇ ਆਰਿਆਂ ਵਿੱਚ ਰੱਖ ਰੱਖ ਕੇ ਲੋਕਾਂ ਨੂੰ ਚੀਰ ਦਿੰਦੇ ਸੀ, ਕਹਿੰਦੇ ਦਰਗਾਹ 'ਚ ਸਵਰਗ ਮਿਲ ਜੂਗਾ, ਮੁਕਤੀ ਮਿਲ ਜੂਗੀ। ਬਾਣੀ ਕਹਿੰਦੀ ਨਹੀਂ, ਜੇ ਜਿਉਂਦਿਆਂ ਮੁਕਤੀ ਨਾ ਮਿਲੀ ਤੇ ਮੁਕਤੀ ਮਰਿਆਂ ਕਿਹਨੇ ਵੇਖੀ ਹੈ? ਜਿਉਂਦੇ ਜੀ। ਤੇ ਗੁਰੂ ਸਾਹਿਬ ਕਹਿੰਦੇ ਜਿਉਂਦੇ ਜੀ ਮੁਕਤ ਹੋ ਜਾਓ। ਰਾਏ ਬੁਲਾਰ ਸਾਹਿਬ ਇਸ ਮੁਕਤੀ ਵਿੱਚ ਬੈਠੇ ਸਨ ਪਰ ਉਪਦੇਸ਼ ਕਮਾ ਰਹੇ ਆ। ਅੰਦਰ ਦੀ ਘਾਟ ਬਾਦ ਅੱਜ ਉਹ ਦੂਰ ਕਰਦੇ ਨੇ। ਮੋਹਰ ਨ ਜਗ ਮਹਿ ਪਾਵਹਿ ਦੇਹੀ, ਸਤਨਾਮ ਕੇ ਭੇਜੋ ਸੁਨੇਹੀ। ਰਾਏ ਬੁਲਾਰ ਦੀ ਜਿਨ੍ਹਾਂ ਨੇ ਸੱਚੇ ਨਾਮ ਨਾਲ ਪ੍ਰੇਮ ਪਾਇਆ, ਉਹ ਜੰਮਦੇ ਵਰਦੇ ਨਹੀਂ। ਨਿਜ ਕਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਜਿਨ੍ਹਾਂ ਨੇ ਨਿਜ ਘਰ ਦਾ ਮਹਿਲ ਪ੍ਰਾਪਤ ਕੀਤਾ, ਸਹਜੇ ਸਹਜੇ ਸੁਖ ਵਿੱਚ ਸੁਖ ਮਿਲਣੇ ਸ਼ੁਰੂ ਹੋ ਜਾਣੇ। ਤੁਸੀਂ ਸਹਿਜ ਨਾਲ ਤੁਰੀ ਜਾਓ, ਸਾਹ ਨਹੀਂ ਚੜ੍ਹਦਾ। ਆਰਾਮ ਨਾਲ ਤੁਰ ਕੇ ਜਾਓ, ਵੱਡਾ ਰੌਂਡ ਲੱਗ ਜਾਂਦਾ ਹੈ, ਬੜੇ ਆਰਾਮ ਨਾਲ ਤੁਰਦਾ ਬੰਦਾ। ਭੱਜ ਕੇ ਜਾਓ, ਸਾਹ ਚੜ੍ਹ ਜਾਂਦਾ। ਸੁਭਾਵਿਕ ਗੱਲ ਹੈ ਨਾ ਜੀ। ਹੌਲੀ ਹੌਲੀ ਖਾਓ, ਆਨੰਦ ਨਾਲ ਪਚ ਵੀ ਜਾਂਦਾ, ਫਟਾਫਟ ਛੁੱਟੀ ਜਾਓ, ਕੀ ਹੋਊਗਾ? ਖਾਂਦੀ ਥੱਕ ਜਾਓ, ਨੀਂਦ ਆਊਗੀ ਨਾਲ ਦੀ ਤੇਜ਼ ਖਾਣ ਕਰਕੇ। ਪਰ ਜਿਨ੍ਹਾਂ ਨੇ ਸਹਿਜ ਕਰਕੇ ਨਾਮ ਜਪਿਆ, ਮਹਾਰਾਜ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਅੰਦਰ ਸੁੱਖ ਪਾਓਗੇ, ਸਹਿਜ ਪਾਓਗੇ। ਜਦੋਂ ਇਹ ਆਨੰਦ ਬਣ ਗਿਆ, ਬਹੁਰ ਨਾ ਹੋਏਗੋ ਫੇਰਾ। ਕਹਿੰਦੇ ਫੇਰ ਤੇਰਾ ਜੰਮਣ ਮਰਨ ਦਾ ਫੇਰਾ ਮੁੱਕ ਜਾਣਾ, ਗੇੜਾ ਮੁੱਕ ਜਾਣਾ ਜਦ ਤੂੰ ਆਨੰਦ ਵਿੱਚ ਆ ਕੇ ਜੀਵਨ ਮੁਕਤ ਹੋਵੇਗਾ। ਸੋਹਣੇ ਉਪਦੇਸ਼ ਲਗੀ ਲਿਵ ਨਾਮੂ, ਜਾਗਿਓ ਪਰਮ ਪ੍ਰੇਮ ਅਬਰਾਮੂ। ਸਤਿਗੁਰਾਂ ਦੇ ਬਚਨਾਂ ਨੂੰ ਸੁਣਦਿਆਂ ਸੁਣਦਿਆਂ ਰਾਏ ਬੁਲਾਰ ਸਾਹਿਬ ਦੀ ਸੁਰਤ ਜੁੜ ਗਈ, ਬੈਠਿਆਂ ਦੀ। ਗੁਰੂ ਨਾਨਕ ਸਾਹਿਬ ਜੀ ਨੇ ਸੀਸ ਉੱਤੇ ਹੱਥ ਰੱਖਿਆ, ਪਤਾ ਹੀ ਨਹੀਂ ਲੱਗਿਆ ਚਰਨਾਹਟ ਕਦੋਂ ਆ ਗਈ। ਆਖੋ ਸਤਿਨਾਮ। ਅੱਜ ਤੱਕ ਗੁਰੂ ਸਾਹਿਬ ਮੱਥਾ ਟੇਕਦੇ ਸੀ, ਅੱਜ ਰਾਏ ਬੁਲਾਰ ਸਾਹਿਬ ਵੇਖ ਰਹੇ ਨੇ ਜਦ ਸੀਸ ਉੱਤੇ ਹੱਥ ਗੁਰੂ ਨਾਨਕ ਦਾ ਹੋਇਆ। ਖੰਡਾਂ ਬ੍ਰਹਮੰਡਾਂ ਦੀ ਦੁਨੀਆ ਹੱਥ ਜੋੜੀ ਖੜੀ ਹੈ। 33 ਕਰੋੜ ਦੇਵੀ ਦੇਵਤਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਧੂੜ ਮੰਗ ਰਹੇ।
ਕਹਿੰਦੇ ਨੇਤਰਾਂ ਚੋਂ ਸੇਜਲ ਅਥਰੂ ਆ ਗਏ, ਆਨੰਦ ਚ ਬਹਿ ਗਏ। ਬਸ ਆਹ ਦਿਨ ਸੀ ਰਾਏ ਬੁਲਾਰ ਸਾਹਿਬ ਤੇ ਸਤਿਗੁਰਾਂ ਦੀ ਐਸੀ ਬਖਸ਼ਿਸ਼ ਹੋ ਗਈ, ਕਹਿੰਦੇ ਫੇਰ ਉਹ ਉੱਠਦੇ ਨਹੀਂ ਸੀ, ਖਾਣਾ ਪੀਣਾ ਛੱਡ ਦਿੱਤਾ। ਨਾਮ ਦੀ ਮਹਿਮਾ, ਨਾਮ ਜਪਣ ਵਾਲਿਆਂ ਨੂੰ ਭੁੱਖ ਘੱਟ ਲੱਗਦੀ ਹੈ, ਪਿਆਸ ਘੱਟ ਲੱਗਦੀ ਹੈ। ਤੇ ਮੇਰੇ ਵਰਗਾ 3 ਟਾਈਮ ਰੋਟੀ ਖਾ ਕੇ ਫਿਰ ਵੀ ਕਹਿੰਦਾ ਕੁਛ ਮਿੱਠਾ ਮੁੱਠਾ ਪਿਆ ਖਾਣ, ਕੁਛ ਹੋਰ ਹੈਗਾ ਘਰੇ। ਸਾਡੀ ਤੇ ਆਹ ਹਾਲਤ ਹੈ। ਪਰ ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ ਹੈ ਉਹਨਾਂ ਸਾਹਮਣੇ 36 ਪ੍ਰਕਾਰ ਦੇ ਭੋਜਨ ਰੱਖ ਦਿਓ, ਕਹਿੰਦੇ ਨਹੀਂ ਭਾਈ ਹੁਣ ਤੇ ਨਾਮ ਦਾ ਰਸ ਆਨੰਦ ਇੰਨਾ ਹੈ, ਦੁਨੀਆ ਦੀਆਂ ਵਸਤੂਆਂ ਜੱਗ ਦੇ ਰਸ ਫਿੱਕੇ ਨੇ, ਇਹ ਰਸ ਪੀਆ ਉਹ ਰਸ ਨਹੀਂ ਪਾਉਂਦਾ। ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ ਨਾ, ਜਮਾਨੇ ਦੇ ਰਸ ਉਹਨਾਂ ਨੂੰ ਭਾਉਂਦੇ ਨਹੀਂ। ਕਹਿਤ ਗਿਰਹਿ ਦੀਨ ਬਹੋਰੀ ਦਰਸ ਲਾਲਸਾ ਹਿਰਦੇ ਨਾ ਥੋਰੇ। ਰਾਏ ਬੁਲਾਰ ਸਤਿਗੁਰਾਂ ਨੂੰ ਕਹਿੰਦੇ ਮਰਦ ਬਸ ਹੁਣ ਤੇ ਇੱਕੋ ਹੀ ਚਾਹਤ ਹੈ, ਤੁਹਾਡੇ ਦਰਸ਼ਨਾਂ ਦੀ ਲਾਲਸਾ ਰਹਿੰਦੀ ਹੈ, ਚਾਹਤ ਰਹਿੰਦੀ ਹੈ, ਆਉਂਦੇ ਜਾਂਦੇ ਕਿਰਪਾ ਕਰ ਦਿਆ ਕਰੋ। ਸਤਿਗੁਰ ਕਹਿੰਦੇ ਅੱਠੇ ਪੈਰ ਕੋਲੇ ਆਖੋ ਸਤਿਨਾਮ, ਆਉਣਾ ਜਾਣਾ ਦੂਰ ਦੀਆਂ ਗੱਲਾਂ ਨੇ। ਰਾਏ ਬੁਲਾਰ ਸਾਹਿਬ ਤੁਹਾਡੇ ਸਾਹਮਣੇ ਹਰ ਵੇਲੇ ਹੋਵਾਂਗੇ। ਤੁਮ ਗਮਨੇ ਅਬ ਪੁਰ ਸੁਲਤਾਨਾ ਮੋਹੇ ਹੋਤ ਬਿਰਹੇ ਕਸ਼ਟ ਮਹਾਨਾ। ਸਤਿਗੁਰੂ ਜੀ ਸੁਰਤ ਕਰਕੇ ਤੇ ਆਪ ਜੀ ਸਦਾ ਕੋਲੇ ਹੋ, ਜਦੋਂ ਸਰੀਰ ਕਰਕੇ ਵਿਛੜ ਜਾਂਦੇ ਹੋ ਮੈਨੂੰ ਉਹ ਵੀ ਪਾਉਂਦਾ ਨਹੀਂ। ਤੁਸੀਂ ਸੁਲਤਾਨਪੁਰ ਲੋਧੀ ਚਲੇ ਜਾਣਾ, ਪਿੱਛੇ ਮੇਰੀ ਜ਼ਿੰਦ ਖਿੱਚਦੀ ਰਹਿੰਦੀ ਹੈ, ਧੁਖਦੀ ਰਹਿੰਦੀ ਹੈ, ਮਨ ਚਾਹੁੰਦਾ ਹੈ ਮੈਂ ਜਾ ਕੇ ਤੁਹਾਡੇ ਦਰਸ਼ਨ ਕਰਾਂ, ਕਿਉਂਕਿ ਇਹ ਵੀ ਤੇ ਵਕਤ ਹੈ ਨਾ ਤੈਨੂੰ ਵੇਖਣ ਦਾ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਕੋਈ ਬ੍ਰਹਮ ਗਿਆਨੀ ਬਣ ਗਿਆ, ਰੱਬ ਨੂੰ ਮਿਲ ਗਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਛੱਡ ਦੇ, ਗੁਰਦੁਆਰੇ ਆਉਣਾ ਬੰਦ ਕਰ ਦੇ, ਲੈ ਜੀ ਮੈਨੂੰ ਤੇ ਮਰਦ ਅੰਦਰੋਂ ਮਿਲ ਕੇ ਮੈਂ ਬਾਹਰੋਂ ਕੀ। ਨਹੀਂ, ਤੂੰ ਜਿੱਡਾ ਮਰਜ਼ੀ ਹੋ ਜਾ, ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਬੈਠਣਾ ਹੀ ਪੈਣਾ। ਆਖੋ ਸਤਿਨਾਮ, ਗੁਰੂ ਨੇ ਗੁਰੂ ਰਹਿਣਾ। ਜਦੋਂ ਆਹ ਗੱਲਾਂ ਸਾਡੀ ਸਮਝ ਵਿੱਚ ਆਉਣ ਲੱਗੀਆਂ ਨਾ, ਫਿਰ ਸਾਨੂੰ ਪਤਾ ਲੱਗਣਾ ਕਿੱਡੇ ਵੱਡੇ ਸਾਡੇ ਕਰਮ ਤੇ ਕਿੱਡੇ ਕੀਮਤੀ ਭਾਗ ਨੇ ਜਿਨ੍ਹਾਂ ਨੂੰ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਮਿਲਿਆ, ਜਿਨ੍ਹਾਂ ਨੂੰ ਸਤਸੰਗ ਸਤਿਗੁਰ ਦੀ ਮਿਲੀ, ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਸੁਣਨ ਦਾ ਸੁਭਾਗ ਮਿਲਿਆ। ਕਿੱਥੇ ਦੇਣ ਦੇ ਸਕਦੇ ਇੱਥੇ ਜੇ ਇੱਕ ਪਾਸਾ ਵੀ ਕਿਤੇ ਕਰ ਲਈ ਨਾ, ਉਸ ਪਾਸੇ ਗਹਿਰੇ ਚਲੇ ਜਾਈਏ, 7 ਜਨਮ ਕੀ ਲੱਖਾਂ ਜਨਮ ਲੈ ਕੇ ਵੀ ਦੇਣ ਨਹੀਂ ਦੇ ਸਕਦੇ। ਜੇ ਗੁਰਾਂ ਦੀਆਂ ਕੁਰਬਾਨੀਆਂ, ਪਰਿਵਾਰ ਦੀਆਂ ਕੁਰਬਾਨੀਆਂ ਵੇਖੀ ਫਿਰ ਤੇ ਗੱਲ ਹੀ ਖਤਮ। ਫਿਰ ਕੀ ਬੋਲਾਂਗੇ, ਕੁਛ ਵੀ ਬੋਲਣ ਨੂੰ ਕੋਈ ਨਹੀਂ। ਗੁਰੂ ਸਾਹਿਬ ਨੂੰ ਕਹਿੰਦੇ ਮਰਜ ਦਰਸ਼ਨ, ਸਤਿਗੁਰ ਕਹਿੰਦੇ ਜਦ ਚੇਤੇ ਕਰਿਆ ਕਰੋਗੇ, ਜਦ ਬੁਲਾਇਆ ਕਰੋਗੇ ਉਸੇ ਪਰ ਆਇਆ ਕਰਾਂਗੇ। ਪ੍ਰੀਤ ਬਿਲੋਕ ਹਿਰਦੇ ਮੇਂ ਸਾਚੀ ਕਮਲ ਬਦਨ ਪੁਨ ਗਿਰਾ ਉਬਾਚੀ। ਸਤਿਗੁਰਾਂ ਨੇ ਵੇਖਿਆ ਅੰਦਰ ਦੀ ਪ੍ਰੀਤ ਸੱਚੀ ਸੁੱਚੀ ਹੈ, ਪ੍ਰੀਤ ਵਿੱਚ ਲਾਲਚ ਕੋਈ ਨਹੀਂ, ਪ੍ਰੀਤ ਵਿੱਚ ਤਮਾ ਕੋਈ ਨਹੀਂ, ਪਿਆਰ ਮੁਹੱਬਤ ਬਿਲਕੁਲ ਸੱਚੀ। ਜਿੱਦਣ ਪ੍ਰੇਮ ਦੇ ਵਿੱਚ, ਇਸ਼ਕ ਵਿੱਚ, ਮੁਹੱਬਤ ਵਿੱਚ ਲਾਲਚ ਆ ਜੀ, ਸਵਾਰਥ ਆ ਜੇ, ਕਦੇ ਸੱਚਾ ਨਹੀਂ ਹੁੰਦਾ। ਤੇ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਤੇਰੇ ਤੋਂ ਅਸੀਂ ਦੂਰ ਨਹੀਂ ਆ, ਜਦ ਵੀ ਬੁਲਾਓਗੇ, ਜਿੱਥੇ ਵੀ ਬੁਲਾਓਗੇ ਇੱਕ ਖਿਆਲ ਕਰਿਓ ਆਇਆ ਕਰਾਂਗੇ, ਆਉਣਗੇ ਵੀ। ਜਦ ਜਦ ਰਾਏ ਬੁਲਾਰ ਨੇ ਚੇਤਾ ਕੀਤਾ ਨਾ ਮਰਜ ਦਰਸ਼ਨ ਦੇ ਦਿਓ, ਉਦੋਂ ਹੀ ਖੜੇ ਹੁੰਦੇ ਸੀ। ਆਹ ਕਿਰਪਾ ਕਿੱਥੋਂ ਮਿਲ ਜੂ? ਕਿਰਪਾ ਦੀ ਕਈ ਤਰ੍ਹਾਂ ਨੇ ਨਾ ਜੀ। ਕੱਲ ਵੀ ਬੇਨਤੀ ਕੀਤੀ ਵੀ ਗੁਰਦੁਆਰੇ ਆਉਣਾ ਵੀ ਇੱਕ ਕਿਰਪਾ ਹੈ, ਪਾਠ ਕਰਨਾ ਵੀ ਇੱਕ ਕਿਰਪਾ ਹੈ। ਇੱਥੇ ਤਾਂ ਨਹੀਂ ਖੜਨਾ ਹੁਣ ਵੀ ਮੈਂ ਪਾਠ ਕਰ ਲਿਆ ਮੈਂ ਮੁਕਤ ਹੋ ਗਿਆ, ਨਹੀਂ, ਅੱਗੇ ਵਧ। ਜੇ ਅੱਜ ਨਿਤਨੇਮ ਕੀਤਾ ਸਿਮਰਨ ਵੀ ਕਰਿਆ ਕਰ, ਜੇ ਸੇਵਾ ਕੀਤੀ ਤੇ ਚੌਂਕੜਾ ਵੀ ਲਾਇਆ ਕਰ, ਵਧੀ ਚੱਲੇ। ਇਹ ਗੱਲਾਂ ਘਟਣ ਵਾਲੀਆਂ। ਕਦੇ ਪੜ੍ਹਾਈ ਮੁੱਕਦੀ ਦੁਨੀਆ ਦੀ ਜੀ, ਕੋਈ PhD ਕਰ ਲਓ ਤੂੰ ਅੱਗੇ ਚਲੀ ਜਾਓ, ਟ੍ਰਿਪਲ ਕਰ ਲਓ, ਜੋ ਮਰਜ਼ੀ ਪੜ੍ਹੀ ਚਲੋ, ਸਾਰੀ ਪੜ੍ਹ ਸਕਦਾ ਫਿਰ ਤੇ ਰੱਬ ਦੀ ਗੱਲ ਹੈ। ਇਹ ਕਿੱਥੇ ਮੁੱਕ ਜੂਗੀ ਜਦ ਦੁਨੀਆ ਦੀਆਂ ਪੜ੍ਹਾਈਆਂ ਤੇ ਗਿਣਤੀਆਂ ਨਹੀਂ ਮੁੱਕਦੀਆਂ, ਬੁਢਾਪੇ ਤੱਕ ਲੋਕ ਪੜ੍ਹੀ ਜਾਂਦੇ ਆ, ਤੇ ਫਿਰ ਰੱਬ ਦੀ ਸਿਫਤ ਮੁੱਕ ਸਕਦੀ ਹੈ? ਜਿੰਨੀ ਕਰੋਗੇ ਉਨੇ ਗਹਿਰੇ ਹੋਈ ਜਾਓਗੇ। ਚਿਤ ਚੇਤ ਰਾਖੋ ਅਵਨੀਪਾ ਮੈਂ ਹੂੰ ਤੁਮਰੇ ਸਦਾ ਸਮੀਪਾ। ਗੁਰੂ ਨਾਨਕ ਸਾਹਿਬ ਜੀ ਨੂੰ ਅੱਜ ਕਹਿਣਾ ਪੈ ਗਿਆ ਹੱਥ ਜੋੜ ਕੇ, ਰਾਜਨ ਕਦੇ ਸਾਨੂੰ ਵੀ ਚੇਤੇ ਕਰਿਆ ਕਰਿਓ, ਮੈਂ ਤੇ ਤੁਹਾਨੂੰ ਨਿਤ ਚੇਤੇ ਹੀ ਕਰਦਾ। ਸਤਿਨਾਮ, ਰੱਬ ਨੇ ਵਚਨ ਆਖੇ। ਹੁਣ ਰਾਏ ਬੁਲਾਰ ਨੇ ਨਹੀਂ ਕਿਹਾ ਮੈਂ ਤੁਹਾਨੂੰ ਰੋਜ਼ ਯਾਦ ਕਰਦਾ, ਮਰਜ ਤੁਸੀਂ ਕਰਿਆ ਕਰੋ। ਗੁਰੂ ਸਾਹਿਬ ਕਹਿੰਦੇ ਆ, ਕਹਿੰਦੇ ਅਸੀਂ ਤੇ ਤੁਹਾਨੂੰ ਹਰ ਵੇਲੇ ਚੇਤੇ ਕਰਦੇ। ਚੇਤੇ ਕਰਨੇ ਦੀ ਗੱਲ ਛੱਡੋ, ਭੁੱਲਿਆ ਹੀ ਕਦੇ, ਵਿਸਾਰਿਆ ਹੀ ਕਦੇ, ਹਰ ਵੇਲੇ ਖਿਆਲਾਂ ਚ ਹੋ, ਪਰ ਤੁਸੀਂ ਵੀ ਸਾਨੂੰ ਯਾਦ ਕਰਿਆ ਕਰਿਓ। ਅਸ ਪ੍ਰਕਾਰ
ਹੀਰਾ ਘਰ ਆਇਓ ਪੁਨ ਗੁਣੀ ਗਹੀਰਾ। ਗੁਣਾਂ ਦੇ ਸਾਗਰ ਗੁਰੂ ਨਾਨਕ ਸਾਹਿਬ ਮਹਾਰਾਜ ਉੱਠੇ ਆ, ਹੱਥ ਜੋੜੇ ਆ। ਰਾਏ ਬੁਲਾਰ ਜੀ ਨੇ ਵੀ ਹੱਥ ਜੋੜੇ, ਘੁੱਟ ਕੇ ਗਲਵਕੜੀ ਪਾਈ, ਕਹਿੰਦੇ ਪੁੱਠੇ ਪੈਰ ਸਤਿਗੁਰ ਬਾਹਰ ਆਏ। ਵੇਖੋ ਇਹ ਹੈ ਰੱਬ ਦੀ ਪ੍ਰਾਪਤੀ। ਕਦੇ ਸਿੱਖ ਹੱਥ ਜੋੜਦਾ ਸੀ ਰਾਏ ਬੁਲਾਰ, ਅੱਜ ਰੱਬ ਜੋੜਦਾ। ਆਖੋ ਸਤਿਨਾਮ। ਆ ਅਵਸਥਾ ਕਰਮਾਂ ਨਾਲ ਮਿਲਦੀ ਹੈ। ਭਗਤ ਕਬੀਰ ਜੀਆਂ ਨੂੰ ਰੱਬ ਲੱਭਦਾ ਫਿਰਦਾ ਸੀ। ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਸੁਣਿਆ ਨਾ ਕਈ ਵਾਰ ਸੁਣਿਆ ਹੁੰਦਾ। ਕਹਿੰਦੇ ਅੱਗੇ ਰੱਬ ਨੂੰ ਕਬੀਰ ਲੱਭਦੇ ਫਿਰਦੇ ਸੀ। ਰੱਬਾ ਰੱਬਾ ਕੇਸੋ ਕੇਸੋ ਕੂਕੀਆ ਨਾ ਸੋਈਆ ਕੁਤਾ, ਉਹ ਕੂਕਦੇ ਸੀ। ਹੁਣ ਭਗਤ ਕਬੀਰ ਨੂੰ ਰੱਬ ਲੱਭਦਾ ਫਿਰਦਾ ਹੈ। ਰੱਬ ਚੌਂਕੜਾ ਲਾ ਕੇ ਕਬੀਰ ਕਬੀਰ ਜਪਦਾ। ਆਹ ਅਵਸਥਾ ਕਿਤੇ ਮਿਲਦੀ। ਕਿਤੇ ਉਹਦੇ ਭਗਤ ਉਹਨੂੰ ਜਪਦੇ, ਕਿਤੇ ਰੱਬ ਭਗਤਾਂ ਨੂੰ ਜਪਦਾ ਹੈ। ਉਹ ਇਹ ਤੋਂ ਵੱਡੀ ਕਿਰਪਾ ਦੇ ਸ਼ਬਦ ਮੁੱਕ ਜਾਂਦੇ ਆ। ਰਾਏ ਬੁਲਾਰ ਜੀ ਨੂੰ ਨਮਸਕਾਰ ਕਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਪਦੇਸ਼ ਦੇ ਕੇ ਸੁਰਤ ਨਾਲ ਜੋੜ ਕੇ ਘਰ ਨੂੰ ਆ ਗਏ। ਤੇ ਹੁਣ ਰਾਏ ਬੁਲਾਰ ਜੀ ਵਿਰਾਗ ਕਰਨਾ ਛੱਡ ਗਏ, ਚੇਤੇ ਕਰਨਾ ਉਡੀਕਣਾ ਛੱਡ ਗਏ। ਕਿਉਂਕਿ ਮਹਾਰਾਜ ਕਹਿ ਗਏ ਨਾ, ਮੈਂ ਤੇਰੇ ਸਮੀਪ ਹਾਂ, ਮੈਂ ਤੇਰੇ ਨੇੜ ਹਾਂ। ਤੁਸੀਂ ਵੇਖੋ ਤੇ ਸਹੀ ਆ ਕੋਲ ਰੱਬ ਸਾਡੇ ਤੋਂ ਕੋਈ ਦੂਰ ਥੋੜੀ ਹੈ, ਸਾਡੇ ਕੋਲੇ ਹੈ। ਪਰ ਸਾਨੂੰ ਅੰਨਿਆਂ ਨੂੰ ਕਿੱਥੇ ਦਿਸਦਾ। ਆਖੋ ਸਤਿਨਾਮ। ਕਈ ਵਾਰ ਰੱਬ ਸਾਡੇ ਕੋਲ ਆ ਕੇ ਕਿਸੇ ਰੂਪ 'ਚ ਕਹਿੰਦਾ ਮੈਨੂੰ ਭੁੱਖ ਲੱਗੀ ਫੁਲਕਾ ਦੇ ਦਿਓ, ਨਹੀਂ ਦਿਸਦਾ। ਕਦੇ ਕਦੇ ਰੱਬ ਸਾਨੂੰ ਆ ਕੇ ਕਹਿੰਦਾ ਮੈਨੂੰ ਪਿਆਸ ਲੱਗੀ ਪਾਣੀ ਪਿਲਾ ਦਿਓ, ਸਾਨੂੰ ਨਹੀਂ ਦਿਸਦਾ। ਕਦੇ ਰੱਬ ਆ ਕੇ ਕਹਿੰਦਾ ਮੈਂ ਥੱਕਿਆ ਹੋਇਆ, ਮੈਨੂੰ ਬਸਤਰ ਦੇ ਦਿਓ, ਮੈਂ ਆਰਾਮ ਕਰਨਾ, ਨਹੀਂ ਦਿਸਦਾ। ਫਿਰ ਕਿਹੜਾ ਰੱਬ ਬਣਾਉਂਦੇ ਫਿਰਦੇ। ਆਖੋ ਸਤਿਨਾਮ। ਉਹ ਪਤਾ ਨਹੀਂ ਕਦੋਂ ਕਿਹੜੇ ਰੂਪ ਦੇ ਵਿੱਚ ਤੁਹਾਨੂੰ ਬੁਲਾ ਲੈਂਦਾ ਹੈ, ਪਰ ਸਾਨੂੰ ਸਮਝ ਨਹੀਂ ਆਈ। ਆਊਗੀ ਜਿੱਦਣ ਗੁਰੂ ਸਾਹਿਬ ਦੀ ਕਿਰਪਾ ਪੂਰਨ ਹੋ ਗਈ ਨਾ, ਫਿਰ ਪਤਾ ਲੱਗਣਾ ਹੈ ਰੱਬ ਕਿਵੇਂ ਆਇਆ ਸੀ। ਭਗਤ ਨਾਮਦੇਵ ਨੇ ਕੁੱਤੇ ਚੋਂ ਲੱਭ ਲਿਆ ਸੀ, ਪਿੱਛੇ ਪਿੱਛੇ ਫਿਰਦੇ ਆ। ਕਹਿੰਦੇ ਰੱਬਾ ਕੱਲੀਆਂ ਰੋਟੀਆਂ ਨਾ ਖਾਈ, ਮੱਖਣੀ ਵੀ ਲੈ ਜਾ, ਇਹ ਵੀ ਛਕ ਲਾ। ਲੋਕੀ ਹੱਸਦੇ ਸੀ, ਕਹਿੰਦੇ ਝੱਲਾ ਹੋ ਗਿਆ ਇਹਨੂੰ ਹੁਣ ਬੰਦਿਆਂ ਤੇ ਜਾਨਵਰਾਂ ਦਾ ਨਹੀਂ ਪਤਾ ਲੱਗਦਾ। ਪਰ ਉਹਨੂੰ ਪੁੱਛਦੇ ਸੀ ਜਿਹਨੂੰ 72 ਵਾਰ ਦਰਸ਼ਨ ਹੋਏ ਰੱਬ ਦੇ, ਇਹ ਵੀ ਥੋੜਾ ਹੋ ਗਿਆ। ਇਹ ਕਿਰਪਾ ਦੀ ਨਿਸ਼ਾਨੀ ਹੈ। ਅਜੇ ਤੇ ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ, ਰੱਬ ਰੂਪ ਸਮਝਣਾ ਤੇ ਬੜੀ ਦੂਰ ਦੀ ਗੱਲ। ਰੱਬ ਨੂੰ ਰੱਬ ਰੂਪ ਕਹਿੰਦੇ ਆ, ਅਜੇ ਕਿਤੇ ਸਮਝਦੇ। ਅਰਦਾਸ ਕਰੀਏ ਮਹਾਰਾਜ ਕਿਰਪਾ ਕਰੋ, ਕਿਤੇ ਇਨਾਮ ਦੀ ਦਾਤ ਸਾਡੇ ਜੀਵਨ ਵਿੱਚ ਆ ਜੇ, ਸਾਡਾ ਵੀ ਉਧਾਰ ਹੋ ਜੇ। ਵਾਹਿਗੁਰੂ 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 ਵਾਹਿਗੁਰੂ।